ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਸਗਰੇ ਪੁਰ ਮੈਂ ਰਵਣ ਕੋ ਹੋਈ, ਕਾਰਜ ਪਨੇ ਸੁਨੇ ਸਭ ਕੋਈ। ਸੁਪਟਨ ਕੋ ਵਸਤੂ ਜੋ ਚਾਈ, ਜਾਚਿਤ ਪਾਵਤ ਸਤਿਗੁਰ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਕਿਰਪਾ ਨਿਧਾਨ, ਅਨਾਥ ਨਾਥ ਜਗਤ ਗੁਰੂ। ਹਾਜ਼ਰਾਂ ਹਜੂਰ, ਜਹਰਾਂ ਜਹੂਰ, ਸਰਬ ਕਲਾ ਭਰਪੂਰ। ਸਤਿਗੁਰ ਬਾਣੀ ਪੁਰਖ ਪੁਰਖੋਤਮ, ਬਾਣੀ ਸਿਉ ਚਿਤ ਲਾਵੈ ਗੋ। ਗੁਰਬਾਣੀ ਸੁਨਤ ਮੇਰਾ ਮਨ ਦਰਵਿਆ, ਮਨ ਭੀਨਾ ਨਿਜ ਘਰ ਆਵੈ ਗੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ। ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ ਕੇ ਨਿਤਾ ਪ੍ਰਤੀ ਗੁਰੂ ਚਰਨਾਂ 'ਚ ਇਕੱਤਰ ਹੋ ਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਕਲਿਆਣਕਾਰੀ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਔਰ ਭਾਵਨਾ ਦੇ ਸਹਿਤ ਸਰਵਣ ਕਰ ਰਹੇ ਹੋ। ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਡਰੋਲੀ ਨਗਰ ਤੋਂ ਚੱਲ ਕੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਪਵਿੱਤਰ ਨਗਰੀ, ਆਪਣੇ ਵੱਡਿਆਂ ਦੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੁੱਜੇ ਨੇ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਵਾਸੀ ਸੰਗਤ ਨੇ ਸਤਿਗੁਰਾਂ ਦੀ ਆਮਦ ਤੇ ਬਹੁਤ ਖੁਸ਼ੀਆਂ ਮਨਾਈਆਂ, ਦੀਵੇ ਜਗਾਏ, ਫੁੱਲਾਂ ਦੀ ਵਰਖਾ ਕੀਤੀ। ਗੁਰਦੇਵ ਜੀ ਪਰਿਵਾਰ ਸਮੇਤ ਆਪਣੇ ਸਾਹਿਬਜ਼ਾਦੇ ਨੂੰ ਨਾਲ ਲੈ ਕੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਗੁਰਦੇਵ ਦੇ ਸ਼ੁਕਰਾਨੇ ਲਈ ਆਏ ਹਨ। ਸ੍ਰੀ ਅਕਾਲ ਤਖਤ ਸਾਹਿਬ ਨਮਸਕਾਰ ਕੀਤੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਣਾਮ ਕਰਕੇ ਨਮਸਕਾਰ ਕਰਕੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਵਰਤਾਈਆਂ ਹਨ। ਸੰਗਤਾਂ ਨੂੰ ਦਰਸ਼ਨ ਦਿਦਾਰੇ ਦਿੰਦਿਆਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਆਪਣੇ ਮਹਿਲਾਂ 'ਚ ਆਏ ਨੇ। ਮਹਿਲਾਂ ਵਿੱਚ ਬੇਅੰਤ ਸੰਗਤ ਸਤਿਗੁਰਾਂ ਦੇ ਦਰਸ਼ਨਾਂ ਨੂੰ ਪੁੱਜੀ ਹੈ। ਸਤਿਕਾਰਯੋਗ ਬੀਬੀ ਕੌਲਾਂ ਜੀ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਆਏ ਹਨ। ਗੁਰਦੇਵ ਦੇ ਦਰਸ਼ਨ ਕਰਕੇ ਹਿਰਦਾ ਆਨੰਦਿਤ ਹੋਇਆ। ਬੇਨਤੀ ਕੀਤੀ, ਮਹਾਰਾਜ ਆਪ ਜੀ ਦੇ ਵਿਛੋੜੇ ਦੀ ਤੜਫ ਵਿੱਚ ਤੜਫਦੀ ਰਹੀ ਹਾਂ। ਸਾਹਿਬ ਨੇ ਬਚਨ ਕੀਤਾ, ਕੌਲਾਂ ਜੀ ਦਰਸ਼ਨ ਤਾਂ ਤੁਹਾਨੂੰ ਸਾਡੇ ਰੋਜ਼ ਹੁੰਦੇ ਰਹੇ, ਫਿਰ ਕਿਵੇਂ ਵਿਛੋੜੇ ਦੀ ਤੜਫ ਸੀ? ਕਹਿਣ ਲੱਗੇ, ਜੀ ਦਰਸ਼ਨ ਤਾਂ ਹੁੰਦੇ ਸਨ ਆਪ ਜੀ ਦੇ, ਪਰ ਆਪ ਜੀ ਨਾਲ ਬਚਨ ਬਿਲਾਸ ਨਹੀਂ ਸਨ ਹੁੰਦੇ ਜਿਵੇਂ ਅੱਜ ਹੋਏ ਹਨ। ਅੱਜ ਮੇਰੇ ਹਿਰਦੇ ਨੂੰ ਸੰਤੁਸ਼ਟੀ ਹੈ, ਹਿਰਦਾ ਆਨੰਦਿਤ ਹੈ। ਗੁਰਦੇਵ ਦੇ ਦਰਸ਼ਨ ਕਰਕੇ ਬੀਬੀ ਕੌਲਾਂ ਜੀ ਵਾਪਸ ਆਪਣੇ ਸਥਾਨ ਕੌਲਸਰ ਸਾਹਿਬ ਆਏ ਹਨ। ਗਰੀਬ ਨਵਾਜ ਪਾਤਸ਼ਾਹ ਨੇ ਅਗਲੇ ਦਿਨ ਦੀਵਾਨ ਸਜਾਏ। ਸਾਰੀਆਂ ਸੰਗਤਾਂ ਨੂੰ ਖੁੱਲ੍ਹੇ ਪੰਡਾਲਾਂ 'ਚ ਬੈਠ ਕੇ ਦਰਸ਼ਨ ਦਿਦਾਰੇ ਬਖਸ਼ ਕੇ ਕਿਰਤਾਰਥ ਕੀਤਾ ਹੈ। ਆਓ ਸਤਿਗੁਰਾਂ ਦਾ ਪਵਿੱਤਰ ਪਾਵਨ ਇਤਿਹਾਸ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਸਗਰੇ ਪੁਰ ਮੈਂ ਰਵਣਕ ਹੋਈ। ਸਾਰੇ ਨਗਰ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਜਦੋਂ ਸਤਿਗੁਰੂ ਜੀ ਆਏ ਰੌਣਕਾਂ ਲੱਗ ਗਈਆਂ, ਕਿਉਂਕਿ ਜਿਹੜੀ ਸੰਗਤ ਪਹਿਲਾਂ ਡਰੋਲੀ ਜਾਂਦੀ ਸੀ ਦਰਸ਼ਨਾਂ ਨੂੰ, ਜਦੋਂ ਪਤਾ ਲੱਗਾ ਕਿ ਸਤਿਗੁਰੂ ਜੀ ਦਰਬਾਰ ਸਾਹਿਬ ਆਏ ਨੇ ਤਾਂ ਹੁਣ ਉਹ ਸਾਰੀਆਂ ਸੰਗਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਆਈਆਂ ਹਨ। ਮਹਾਰਾਜ ਜੀ ਦੀ ਆਮਦ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਸੰਗਤ ਦੀ ਬਹੁਤ ਰੌਣਕ ਹੋਈ। ਕਾਰਜ ਪਨੇ ਸੁਨੇ ਸਭ ਕੋਈ। ਮਹਾਰਾਜ ਜੀ ਦੇ ਕੋਲ ਆ ਕੇ ਜਿਹੜਾ ਕਿਸੇ ਦਾ ਕੋਈ ਕਾਰਜ ਹੁੰਦਾ ਬੇਨਤੀ ਕਰਦੇ ਨੇ। ਜੋ ਕਿਸੇ ਨੇ ਕੋਈ ਕਾਰਜ ਗੁਰੂ ਘਰ ਵਿੱਚ ਕਰਨਾ ਤਾਂ ਵੀ ਸਤਿਗੁਰਾਂ ਨੂੰ ਆ ਕੇ ਬੇਨਤੀ ਕਰਦੇ ਹਨ। ਸੁਪਟਨ ਕੋ ਵਸਤੂ ਜੋ ਚਾਈ। ਜੇ ਕਿਸੇ ਸੂਰਮੇ ਨੂੰ ਕੋਈ ਵਸਤੂ ਚਾਹੀਦੀ ਹੈ, ਕਿਸੇ ਨੂੰ ਕੋਈ ਚੰਗਾ ਸ਼ਸਤਰ ਚਾਹੀਦਾ ਹੈ, ਜਾਂ ਕਿਸੇ ਨੂੰ ਬਸਤਰ ਚਾਹੀਦੇ ਨੇ, ਕਿਸੇ ਨੂੰ ਕੋਈ ਘੋੜਾ ਚਾਹੀਦਾ, ਜਾਂ ਕਿਸੇ ਨੂੰ ਕੋਈ ਦਸਤਾਰਾ ਚਾਹੀਦਾ ਹੈ,
ਉਹ ਵੀ ਸਤਿਗੁਰਾਂ ਦੇ ਖਜ਼ਾਨੇ 'ਚ ਆ ਕੇ ਮਹਾਰਾਜ ਜੀ ਨੂੰ ਬੇਨਤੀ ਕਰਕੇ ਲੈਂਦੇ ਹਨ। ਜਾਚਤ ਪਾਵਤ ਸਤਿਗੁਰ ਪਾਈ। ਸੂਰਮੇ ਜੋ ਵੀ ਮੰਗਦੇ ਨੇ ਸਤਿਗੁਰੂ ਜੀ ਸਾਰੇ ਸੂਰਮਿਆਂ ਦਾ ਬੜਾ ਸਨਮਾਨ ਕਰਦੇ। ਉਹਨਾਂ ਸੂਰਮਿਆਂ ਨੂੰ ਉਹੀ ਕੁਝ ਬਖਸ਼ ਕੇ ਨਿਵਾਜਦੇ ਨੇ ਜੋ ਆ ਕੇ ਮੰਗਦੇ ਹਨ। ਜਾਮ ਦਿਵਸ ਲੋ ਬੈਠਨ ਕਰੇ। ਇੱਕ ਪਹਿਰ ਦਿਨ ਚੜ੍ਹਦਿਆਂ ਤੱਕ ਸਤਿਗੁਰੂ ਜੀ ਦੀਵਾਨ 'ਚ ਬੈਠ ਕੇ ਸੰਗਤ ਨੂੰ ਸਵੇਰੇ ਦਰਸ਼ਨ ਦਿਦਾਰੇ ਬਖਸ਼ ਕੇ ਕਿਰਤਾਰਥ ਕਰਦੇ ਨੇ। ਗੁਰੂ ਘਰਾਂ ਦੇ ਜਿਹੜੇ ਕਾਰ ਵਿਹਾਰ ਹੁੰਦੇ ਉਹਨਾਂ ਸਾਰਿਆਂ ਦਾ ਜਾਇਜ਼ਾ ਲੈਂਦੇ ਹਨ। ਨਿਜ ਦਾਸਨ ਕੀ ਬਾਛਾਂ ਪੁਰੇ। ਆਪਣਿਆਂ ਦਾਸਾਂ ਆਪਣਿਆਂ ਸੇਵਕਾਂ ਦੀਆਂ ਇੱਛਾਵਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੂਰਨ ਕਰਦੇ ਨੇ। ਜਿਹੜਾ ਕੋਈ ਸੇਵਕ ਜੋ ਇੱਛਾ ਲੈ ਕੇ ਆਉਂਦਾ ਹੈ ਸਭ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਲੇ ਸਤਿਗੁਰੂ ਛੇਵੇਂ ਪਾਤਸ਼ਾਹ ਇੱਛਾਵਾਂ ਪੂਰੀਆਂ ਕਰਦੇ ਨੇ। ਬੌਰ ਉਠੇ ਅਚਵਨ ਆਹਾਰਾ। ਜਦੋਂ ਇੱਕ ਪਹਿਰ ਦਿਨ ਚੜ੍ਹੇ ਤੱਕ ਦਰਸ਼ਨ ਦੇ ਕੇ ਕਿਰਤਾਰਥ ਕਰਦੇ ਨੇ ਫਿਰ ਲਾਂਗਰੀ ਆ ਕੇ ਬੇਨਤੀ ਕਰਦਾ ਸਾਹਿਬ ਜੀ ਭੋਜਨ ਤਿਆਰ ਹੈ। ਤੋ ਦੀਵਾਨ ਦੀ ਸਮਾਪਤੀ ਕਰਕੇ ਸਵੇਰੇ ਅੰਮ੍ਰਿਤ ਵੇਲੇ ਤੋਂ ਲੱਗਿਆ ਦੀਵਾਨ ਉਹਦੀ ਸਮਾਪਤੀ ਕਰਕੇ ਫਿਰ ਸਤਿਗੁਰੂ ਜੀ ਲੰਗਰ ਛਕਣ ਵਾਸਤੇ ਉੱਠਦੇ ਹਨ। ਅਨੇਕ ਪ੍ਰਕਾਰ ਤਿਆਰ ਸੁਧਾਰਾ। ਅਨੇਕ ਪ੍ਰਕਾਰ ਦੇ ਲੰਗਰ ਪ੍ਰਸ਼ਾਦੇ ਪਕਵਾਨ ਲਾਂਗਰੀ ਮਹਾਰਾਜ ਜੀ ਲਈ ਤਿਆਰ ਕਰਦੇ। ਬੜੀ ਭਾਵਨਾ ਨਾਲ ਬੜੀ ਮਰਿਆਦਾ ਨਾਲ ਸੁਚਮਤਾ ਨਾਲ ਭੋਜਨ ਤਿਆਰ ਕਰਦੇ ਵੀ ਸਤਿਗੁਰੂ ਜੀ ਨੇ ਛਕਣਾ ਹੈ। ਗਨ ਸਿੱਖਨ ਮੈਂ ਭੋਜਨ ਕਰੀ। ਮਹਾਰਾਜ ਜੀ ਦੇ ਜਿਹੜਾ ਲੰਗਰ ਪੱਕਦਾ ਜਦੋਂ ਸਤਿਗੁਰੂ ਛਕਦੇ ਫਿਰ ਬਾਅਦ ਵਿੱਚ ਸਾਰੀ ਸੰਗਤ ਛਕਦੀ ਹੈ। ਨਾਨਾ ਭਾਂਤ ਸੁਬਾਸਨ ਤਰੀ। ਨਾਨਾ ਪ੍ਰਕਾਰ ਦੇ ਭਾਂਡੇ ਬਰਤਨ ਥਾਲਾਂ ਉਹ ਸਾਰੀ ਸੰਗਤ ਦੇ ਮੂਹਰੇ ਰੱਖੀਆਂ ਜਾਂਦੀਆਂ ਹਨ। ਸੂਖਮ ਚਾਵਰ ਸੂਪ ਜੇ ਨਾਨਾ। ਫਿਰ ਨਾਨਾ ਪ੍ਰਕਾਰ ਦੇ ਬਣੇ ਜਿਹੜੇ ਰਸੋਈ ਵਿੱਚ ਭੋਜਨ ਵਿੰਜਨਾਦ ਹੁੰਦੇ ਉਹ ਸੰਗਤ ਵਿੱਚ ਸਿੱਖਾਂ ਵਿੱਚ ਵਰਤਾਏ ਜਾਂਦੇ। ਸੂਖਮ ਚਾਵਰ ਦਾ ਮਤਲਬ ਜਿਹੜੇ ਬਰੀਕ ਚਾਵਲ ਹੁੰਦੇ ਜਿਨ੍ਹਾਂ ਨੂੰ ਅੱਜ ਕੱਲ੍ਹ ਆਪਾਂ ਬਾਸਮਤੀ ਦੇ ਚਾਵਲ ਕਹਿ ਦਿੰਦੇ ਆ। ਪਹਿਲੇ ਸ਼ਬਦਾਂ ਵਿੱਚ ਉਹਨੂੰ ਸੂਖਮ ਚਾਵਲ ਲੰਮੇਰੇ ਚਾਵਲ ਕਹਿ ਦਿੰਦੇ ਸਨ। ਉਹ ਚਾਵਲ ਗੁਰੂ ਕੇ ਲੰਗਰਾਂ ਵਿੱਚ ਵਰਤਦੇ ਹਨ। ਗੋ ਧੂਮ ਚੂਨ ਜੋ ਸੂਖਮ ਠਾਨਾ। ਗੋ ਧੂਮ ਕਹਿੰਦੇ ਆ ਕਣਕ ਦੇ ਆਟੇ ਨੂੰ। ਕਣਕ ਦੇ ਆਟਾ ਜਿਹੜਾ ਬਹੁਤ ਪੀਸਿਆ ਹੋਵੇ ਉਹਦੇ ਪ੍ਰਸ਼ਾਦੇ ਉਹਦੇ ਫੁਲਕੇ ਬਣਦੇ ਹਨ। ਵਿੰਜਨ ਅਨੇਕ ਪ੍ਰਕਾਰ ਬਨੰਤੇ। ਅਨੇਕ ਪ੍ਰਕਾਰ ਦੇ ਭੋਜਨ ਗੁਰੂ ਕੇ ਲੰਗਰਾਂ ਵਿੱਚ ਬਣਦੇ ਹਨ। ਬੇਅੰਤ ਤਰ੍ਹਾਂ ਦੇ ਪਕਵਾਨ ਤਿਆਰ ਹੁੰਦੇ ਹਨ। ਸਿੱਖ ਸੰਗਤ ਸਭ ਬੈਠ ਅਚੰਤੇ। ਬੇਅੰਤ ਸਿੱਖ ਸੰਗਤਾਂ ਸਤਿਗੁਰਾਂ ਦੇ ਸਮੇਤ ਪੰਗਤ ਵਿੱਚ ਬੈਠ ਕੇ ਛਕਦੀਆਂ। ਜਿੰਨੀ ਵੀ ਸੰਗਤ ਹੈ ਸਾਰੀ ਸੰਗਤ ਪੰਗਤ ਵਿੱਚ ਬੈਠ ਕੇ ਬੜੇ ਪ੍ਰੇਮ ਨਾਲ ਭੋਜਨ ਛਕਦੇ ਹਨ। ਦੇਗ ਵਿਸਾਲ ਗੁਰੂ ਕੀ ਚਾਲੇ। ਮਹਾਰਾਜ ਜੀ ਦੀ ਵਿਸ਼ਾਲ ਦੇਗ ਯਾਨੀ ਕਿ ਗੁਰੂ ਕੇ ਲੰਗਰ ਉਹ ਬੜੇ ਵੱਡੇ ਪੱਧਰ ਤੇ ਵਰਤਦੇ ਹਨ। ਸੈਂਕੜੇ ਨਹੀਂ ਹਜ਼ਾਰਾਂ ਦੀ ਗਿਣਤੀ 'ਚ ਆ ਕੇ ਸੰਗਤਾਂ ਭੋਜਨ ਛਕਦੀਆਂ। ਹੁਣ ਵੀ ਆਪ ਜੀ ਦਰਬਾਰ ਸਾਹਿਬ ਜਾਓ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਲੰਗਰਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਰੋਜ਼ਾਨਾ ਸੰਗਤਾਂ ਜਿਹੜੀਆਂ ਨੇ ਉਹ ਭੋਜਨ ਛਕਦੀਆਂ ਹਨ। ਤੋ ਗੁਰੂ ਕਾਲ ਵੇਲੇ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਖੁੱਲੇ ਗੱਫੇ ਲੰਗਰ ਦੇ ਵਰਤਦੇ ਹਨ। ਪੁੰਚੈ ਸਕਲ ਆਨ ਜੁਗ ਕਾਲੇ। ਦੋਵੇਂ ਵੇਲੇ ਬੇਅੰਤ ਸਿੱਖ ਆ ਕੇ ਬੇਅੰਤ ਸੰਗਤਾਂ ਆ ਕੇ ਮਹਾਰਾਜ ਜੀ ਦੇ ਲੰਗਰਾਂ ਵਿੱਚ ਭੋਜਨ ਛਕਦੀਆਂ। ਜਿਹੜੀਆਂ ਸੰਗਤਾਂ ਬਾਹਰੋਂ ਆਈਆਂ ਉਹ ਵੀ ਛਕਦੇ। ਜਿਹੜੇ ਸ਼ਹਿਰ ਦੇ ਵਿੱਚ ਕੋਈ ਗਰੀਬ ਗੁਰਬੇ ਹਨ ਉਹ ਵੀ ਆ ਕੇ ਮਹਾਰਾਜ ਜੀ ਦੇ ਲੰਗਰਾਂ ਵਿੱਚ ਹੀ ਭੋਜਨ ਦੋਵੇਂ ਵੇਲੇ ਛਕਦੇ ਹਨ। ਬੌਰ ਦੁਪਹਿਰੇ ਕਰੇ ਆਰਾਮ। ਲੰਗਰ ਛਕਣ ਤੋਂ ਬਾਅਦ ਸਤਿਗੁਰੂ ਜੀ ਦੁਪਹਿਰ ਦੇ ਸਮੇਂ ਆਸਣ ਤੇ ਆ ਕੇ ਆਰਾਮ ਕਰਦੇ ਛੇਵੇਂ ਪਾਤਸ਼ਾਹ। ਇਹ ਸਤਿਗੁਰਾਂ ਦੀ ਵੀ ਜਿਹੜੀ ਰੋਜ਼ ਦੀ ਦਿਨ ਚਰਿਆ ਸੀ ਰੋਜ਼ਾਨਾ ਦਾ ਨੇਮ ਸੀ ਕਿ ਪਹਿਲਾਂ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਕੇ ਸਾਧਨਾ 'ਚ ਬੈਠਣਾ ਫਿਰ ਦੀਵਾਨ 'ਚ ਆ ਕੇ ਇੱਕ ਪਹਿਰ ਤੱਕ ਦਰਸ਼ਨ ਦੇਣੇ ਫਿਰ ਭੋਜਨ ਛਕਣਾ। ਭੋਜਨ ਛਕ ਕੇ ਤੇ ਫਿਰ ਮਹਾਰਾਜ ਜੀ ਦੁਪਹਿਰ ਦੇ ਸਮੇਂ ਆਰਾਮ ਕਰਦੇ ਹਨ। ਟਿਕੇ ਇਕਾਂਤ ਆਪਣੇ ਧਾਮ। ਆਪਣਿਆਂ ਮਹਿਲਾਂ 'ਚ ਜਾ ਕੇ ਸਤਿਗੁਰੂ ਜੀ ਬਿਰਾਜਦੇ ਨੇ ਇਕਾਂਤ ਵਿੱਚ। ਚਤਰ ਕਟੀ ਤੇ ਉਠੇ ਪਿਛਾਰੀ। ਤਕਰੀਬਨ 4 ਘੜੀਆਂ ਦੁਪਹਿਰੇ ਆਰਾਮ ਕਰਦੇ। 24 ਮਿੰਟਾਂ ਦੀ ਇੱਕ ਘੜੀ ਹੁੰਦੀ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਤਕਰੀਬਨ 1.5 ਘੰਟਾ
ਉਹ ਦੁਪਹਿਰੇ ਆਰਾਮ ਕਰਨ ਤੋਂ ਬਾਅਦ ਫਿਰ ਸਤਿਗੁਰੂ ਜੀ ਤਿਆਰ ਬਰ ਤਿਆਰ ਹੁੰਦੇ ਉੱਠਦੇ ਹਨ। ਕਰੇ ਸੁਚੇਤਾ ਨਿਰਮਲ ਬਾਰੀ, ਪਾਤਸ਼ਾਹ ਜੀ ਸੁਚੇਤੇ ਜਾਂਦੇ, ਸਰੀਰ ਦੀ ਕਿਰਿਆ ਸੋਧ ਕੇ ਫੇਰ ਨਿਰਮਲ ਜਲ ਦੇ ਨਾਲ ਇਸ਼ਨਾਨ ਕਰਦੇ। ਕਬੇ ਅਖੀਰ ਬ੍ਰਿਤ ਕੋ ਜਾਵੇ, ਤੇ ਕਦੇ ਕਦੇ ਮਹਾਰਾਜ ਜੀ ਦਾ ਮਨ ਹੁੰਦਾ ਤੇ ਸ਼ਾਮ ਦੇ ਸਮੇਂ ਕੁਝ ਜਦੋਂ ਦੁਪਹਿਰੇ ਥੋੜਾ ਜਿਹਾ ਆਰਾਮ ਕਰਕੇ ਫਿਰ ਸਤਿਗੁਰੂ ਜੀ ਸ਼ਿਕਾਰ ਤੇ ਚਲੇ ਜਾਂਦੇ। ਕਦੇ ਕਦੇ ਮਹਾਰਾਜ ਜੀ ਸ਼ਿਕਾਰ ਤੇ ਚੜ੍ਹਦੇ ਹਨ। ਸੁਭੱਟ ਸੰਗ ਚੜ ਕੈ ਫਿਰ ਆਵੇ, ਬਹੁਤ ਸਾਰੇ ਸੁਭੱਟ ਸੂਰਮੇ ਯੋਧੇ ਮਹਾਰਾਜ ਜੀ ਦੇ ਨਾਲ ਜਾਂਦੇ ਨੇ, ਸ਼ਿਕਾਰ ਖੇਡ ਕੇ ਆਉਂਦੇ ਨੇ ਔਰ ਸ਼ਿਕਾਰ ਖੇਡ ਕੇ ਵਾਪਸ ਪਰਤਦੇ ਨੇ, ਭਾਂਤ ਭਾਂਤ ਦੇ ਬਨ ਦੇ ਜੰਗਲ ਦੇ ਜਾਨਵਰਾਂ ਨੂੰ ਮਾਰ ਕੇ। ਫਿਰੇ ਅਕਾਲ ਤਖਤ ਕੀ ਥਾਨ, ਫਿਰ ਜਿਹੜਾ ਪਿਛਲਾ ਪਹਿਰ ਹੁੰਦਾ ਸ਼ਾਮ ਦਾ ਸਮਾਂ, ਮਹਾਰਾਜ ਜੀ ਸ੍ਰੀ ਅਕਾਲ ਤਖਤ ਸਾਹਿਬ ਤੇ ਆਣ ਕੇ ਸਜ ਜਾਂਦੇ ਹਨ। ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਦੀਵਾਨ ਸਜਾਉਂਦੇ ਹਨ। ਗਨ ਸੁਭਟਨ ਕੋ ਲਗੇ ਦੀਵਾਨ, ਇੱਥੇ ਹੀ ਸਤਿਗੁਰਾਂ ਦੇ ਸਾਰੇ ਸੂਰਮਿਆਂ ਦਾ ਦੀਵਾਨ, ਪਿਛਲੇ ਪਹਿਰ ਜਿਹੜਾ ਦੀਵਾਨ ਸਜਦਾ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਸਜਦਾ। ਸਾਰੇ ਸ਼ਸਤਰਧਾਰੀ ਯੋਧੇ ਸੂਰਮੇ ਮਹਾਰਾਜ ਜੀ ਦੇ ਦੀਵਾਨ ਵਿੱਚ ਸ਼ਾਮ ਨੂੰ ਆ ਕੇ ਸਜਦੇ ਨੇ, ਹਾਜ਼ਰੀ ਭਰਦੇ ਹਨ। ਸਿੱਖ ਮਸੰਦ ਬ੍ਰਿੰਦ ਸਭ ਆਏ, ਬਹੁਤ ਸਾਰੇ ਸਿੱਖ ਗੁਰੂ ਘਰ ਦੇ ਜਿਹੜੇ ਮਸੰਦ ਕੰਮਕਾਰ ਕਰਨ ਵਾਲੇ ਪ੍ਰਬੰਧਕ ਨੇ ਉਹ ਸਾਰੇ ਚੱਲ ਕੇ ਮਹਾਰਾਜ ਜੀ ਕੋਲ ਸ਼ਾਮ ਨੂੰ ਪਹੁੰਚਦੇ ਹਨ। ਬੰਦਨ ਕਰ ਕਰ ਧਨ ਅਰਪਾਏ, ਸਤਿਗੁਰਾਂ ਦੇ ਚਰਨਾਂ ਵਿੱਚ ਬੰਦਨਾ ਕਰਕੇ ਜਥਾ ਸ਼ਕਤ ਗੁਰਸਿੱਖ ਅਨੇਕ ਪ੍ਰਕਾਰ ਦੀਆਂ ਭਟਾਵਾਂ ਮਾਇਆ ਆਦਿਕ ਭੇਟਾ ਕਰਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ। ਦੇਸ਼ ਵਿਦੇਸ਼ਨ ਕੀ ਗੁਰਕਾਰਾ, ਦੇਸ਼ਾਂ ਵਿਦੇਸ਼ਾਂ ਤੋਂ ਵੀ ਮਸੰਦ ਜਿਹੜੇ ਆਉਂਦੇ ਆ ਚੱਲ ਕੇ ਸੰਗਤ ਕੋਲੋਂ ਮਾਇਆ ਉਗਰਾ ਕੇ ਲਿਆਉਂਦੇ ਦਸਵੰਧ ਦੀ, ਉਹ ਵੀ ਤਕਰੀਬਨ ਸ਼ਾਮ ਦੇ ਸਮੇਂ ਜਦੋਂ ਦੀਵਾਨ ਸਜਦਾ ਉਹ ਮਸੰਦ ਸਾਰੀ ਸੰਗਤ ਦੀ ਜਿਹੜੀ ਮਾਇਆ ਹੁੰਦੀ ਉਗਰਾ ਕੇ ਲਿਆਂਦੀ ਹੋਈ ਉਹ ਮਹਾਰਾਜ ਜੀ ਦੇ ਚਰਨਾਂ 'ਚ ਭੇਟਾ ਕਰਦੇ ਹਨ। ਆਵੇਂ ਦਿਨ ਪ੍ਰਤ ਦਰਬ ਹਜ਼ਾਰਾ, ਇਹ ਤਾਂ ਹਜ਼ਾਰਾਂ ਰੁਪਈਆ ਦਿਨ ਪ੍ਰਤੀ ਸਤਿਗੁਰਾਂ ਦੇ ਚਰਨਾਂ ਵਿੱਚ ਇਕੱਤਰ ਹੁੰਦਾ, ਹਾਜ਼ਰ ਹੁੰਦਾ। ਸੰਗਤ ਦੀ ਦਸਵੰਧ ਦੀ ਮਾਇਆ ਇਕੱਤਰ ਹੋ ਕੇ ਆਉਂਦੀ ਹੈ। ਸਭ ਪੁਰ ਗ੍ਰਾਮਨ ਵਿਖੀ ਮਸੰਦ, ਸਾਰਿਆਂ ਗ੍ਰਾਮਾਂ ਨਗਰਾਂ ਸ਼ਹਿਰਾਂ ਦੇਸ਼ਾਂ ਵਿਦੇਸ਼ਾਂ 'ਚ ਗੁਰੂ ਘਰ ਦੇ ਜਿਹੜੇ ਮਸੰਦ ਨੇ ਉਹ ਮਾਇਆ ਇਕੱਤਰ ਕਰਦੇ। ਉਹਨਾਂ ਦੀ ਜ਼ਿੰਮੇਵਾਰੀ ਹੈ ਸੰਗਤ ਕੋਲੋਂ ਜਿਹੜੀ ਦਸਵੰਧ ਦੀ ਮਾਇਆ ਇਕੱਠੀ ਕਰਕੇ 2-2 6-6 ਮਹੀਨਿਆਂ ਬਾਅਦ ਉਹ ਮਹਾਰਾਜ ਜੀ ਕੋਲ ਲਿਆ ਕੇ ਹਾਜ਼ਰ ਕਰਦੇ ਹਨ। ਮਸੰਦ ਪਹਿਲੋਂ ਮਾੜੇ ਨਹੀਂ ਸਨ, ਪਰ ਜਿਵੇਂ ਜਿਵੇਂ ਸਮਾਂ ਬੀਤਿਆ 9ਵੇਂ ਪਾਤਸ਼ਾਹ ਦੇ ਵੇਲੇ ਤੱਕ ਜਾਂਦਿਆਂ ਜਾਂਦਿਆਂ ਭ੍ਰਸ਼ਟ ਹੋ ਗਏ। ਨਹੀਂ ਤਾਂ ਪਹਿਲਾਂ ਬੜੇ ਬੜੇ ਭਲੇ ਮਸੰਦ ਮਹਾਰਾਜ 10ਵੇਂ ਪਾਤਸ਼ਾਹ ਦੇ ਸਮੇਂ ਵੀ ਭਾਈ ਫੇਰੂ ਸਾਹਿਬ ਜੀ ਵਰਗੇ ਸੱਚੀ ਦਾੜੀ ਦਾ ਜਿਹਨਾਂ ਨੂੰ ਖਿਤਾਬ ਦਿੱਤਾ, ਮਹਾਰਾਜ ਜੀ ਨੇ ਬੜੀਆਂ ਬਖਸ਼ਿਸ਼ਾਂ ਵੀ ਕੀਤੀਆਂ, ਭਲੇ ਮਸੰਦ ਵੀ ਹੋਏ, ਪਰ ਮਸੰਦ ਸ਼ਬਦ ਮਾੜਾ ਨਹੀਂ ਸੀ। ਉਹਨਾਂ ਦੀਆਂ ਕਰਤੂਤਾਂ ਜਦੋਂ 9ਵੇਂ ਪਾਤਸ਼ਾਹ ਦੇ ਵੇਲੇ 10ਵੇਂ ਪਾਤਸ਼ਾਹ ਦੇ ਵੇਲੇ ਮਲੀਨ ਹੋਈਆਂ, ਫਿਰ ਮਸੰਦ ਸ਼ਬਦ ਜਿਹੜਾ ਸੀ ਮਸਨਦ ਦੇ ਨਾਲ, ਜਿਹੜਾ ਗੱਦੀ ਦੇ ਨਾਲ ਸੰਬੰਧ ਰੱਖੇ ਉਹਨੂੰ ਮਸੰਦ ਕਹਿੰਦੇ ਸੀ। ਹੁਣ ਤਾਂ ਜਿਹਨੂੰ ਮੰਨੋ ਕੌੜਾ ਬੋਲਣਾ ਹੋਵੇ ਉਹਨੂੰ ਮਸੰਦ ਕਹਿ ਦਿਓ, ਇੰਨੇ ਨਾਲ ਹੀ ਅਗਲਾ ਸੜ ਜਾਂਦਾ ਵੀ ਮੈਨੂੰ ਮਸੰਦ ਕਿਹਾ ਹੈ। ਤੋ ਇੰਨਾ ਉਹ ਨਾਂ ਉਹਨਾਂ ਨੇ ਬਦਨਾਮ ਕਰ ਦਿੱਤਾ ਸੀ। ਪਰ ਜਿਹੜੇ ਪਹਿਲਾਂ ਗੁਰੂ ਰਾਮਦਾਸ ਸਾਹਿਬ ਦੇ ਸਮੇਂ ਜਿਹੜੀ ਮਸੰਦ ਪ੍ਰਥਾ ਉਹ ਚੌਥੇ ਪਾਤਸ਼ਾਹ ਦੇ ਸਮੇਂ ਚੱਲੀ ਹੈ। ਤੋ ਬੇਅੰਤ ਸੰਗਤਾਂ ਕੋਲੋਂ ਦਸਵੰਧ ਦੀ ਮਾਇਆ ਇਕੱਤਰ ਕਰਕੇ ਪਿੰਡਾਂ ਚੋਂ ਨਗਰਾਂ ਚੋਂ ਬੜੀ ਇਮਾਨਦਾਰੀ ਨਾਲ, ਇਹ ਨਹੀਂ ਕਿ ਉਸ ਮਾਇਆ ਵਿੱਚੋਂ ਆਪਣੇ ਲਈ ਵਰਤਣੀ, ਗੁਰੂ ਸਾਹਿਬ ਜੀ ਦੀ ਮਾਇਆ ਨੂੰ ਇਉਂ ਸਮਝਣਾ ਮਸੰਦਾਂ ਨੇ ਮਾਨੋ ਜਿਵੇਂ ਇਹ ਸਾਡੇ ਲਈ ਜ਼ਹਿਰ ਹੈ, ਇਹ ਬੇਖ ਹੈ, ਇਹ ਅਸੀਂ ਨਹੀਂ ਖਾਣਾ। ਤੋ ਗੁਰੂ ਸਾਹਿਬ ਜੀ ਦੇ ਖਜ਼ਾਨੇ 'ਚ ਭੇਟਾ ਕਰਨੀ, ਗੁਰੂ ਪਾਤਸ਼ਾਹ ਨੇ ਖੁਸ਼ੀ ਕਰਕੇ ਜੋ ਉਹਨਾਂ ਨੂੰ ਬਖਸ਼ਣਾ ਉਹ ਉਹਨਾਂ ਨੂੰ ਪ੍ਰਾਪਤ ਹੋ ਜਾਣਾ। ਏਦਾਂ ਉਹ ਮਸੰਦ ਬੇਅੰਤ ਥਾਵਾਂ ਤੋਂ ਗੁਰੂ ਘਰ ਦੀ ਮਾਇਆ ਨਗਰਾਂ ਪਿੰਡਾਂ ਸ਼ਹਿਰਾਂ 'ਚੋਂ ਉਗਰਾ ਕੇ ਲੈ ਕੇ ਆਉਂਦੇ ਹਨ। ਗੁਰ ਕੋ ਦਰਬ ਬਟੋਰੇ ਬ੍ਰਿੰਦ, ਸਤਿਗੁਰੂ ਜੀ ਦੀ ਜਿਹੜੀ ਮਾਇਆ ਹੈ ਸਿੱਖਾਂ ਦੇ ਕੋਲ ਜਿਹੜੇ ਕਾਰ ਵਿਹਾਰ ਕਰਨ ਵਾਲੇ, ਉਹਨਾਂ ਵੇਲਿਆਂ 'ਚ ਹਰ ਇੱਕ ਸਿੱਖ ਦਸਵੰਧ ਕੱਢਦਾ ਸੀ। ਅੱਜ ਕੱਲ੍ਹ ਭਾਵੇਂ ਮਰਿਆਦਾ ਸਿੱਖਾਂ ਵਿੱਚ ਘਟਦੀ ਜਾ ਰਹੀ ਹੈ, ਪੁਰਾਤਨ ਸਮਿਆਂ ਵਿੱਚ ਹਰ ਇੱਕ ਗੁਰਸਿੱਖ ਜਿੰਨੀ ਵੀ, ਚਾਹੇ ਕੋਈ ਅਮੀਰ ਹੈ ਗਰੀਬ ਹੈ ਵੱਡਾ ਹੈ ਛੋਟਾ ਹੈ, ਹਰ ਇੱਕ ਸਿੱਖ ਨੇ ਆਪਣੀ ਮਾਇਆ ਚੋਂ ਦਸਵੰਧ ਜਿਹੜਾ ਸੀ ਉਹ ਕੱਢਣਾ ਹੀ ਕੱਢਣਾ, ਔਰ ਬੜੀ ਇਮਾਨਦਾਰੀ ਨਾਲ ਕੱਢਣਾ। ਜਿੰਨੀ ਵੀ ਕਮਾਈ ਕਰਨੀ ਉਹਦੇ ਚੋਂ 10ਵਾਂ ਹਿੱਸਾ ਗੁਰੂ ਨਿਮਿਤ ਕੱਢਣਾ। ਉਹ ਜਦੋਂ ਇਕੱਠਾ ਹੋਣਾ ਮਸੰਦਾਂ ਨੂੰ ਦੇ ਦੇਣਾ, ਜਾਂ ਆਪ ਗੁਰੂ ਘਰ ਆ ਕੇ
ਮਹਾਰਾਜ ਜੀ ਦੇ ਚਰਨਾਂ 'ਚ ਭੇਟ ਕਰਨਾ ਇਹ ਮਰਿਆਦਾ ਹੈ। ਪਸਚਮ ਵਿਖੇ ਬਿਲਾਇਤ ਮਾਈ, ਪੱਛਮ ਦਿਸ਼ਾ 'ਚ ਜਿਹੜੇ ਬਲੈਤ ਰੋਮ ਆਦਿਕ ਦੇ ਇਲਾਕੇ ਹਨ, ਚਲਿਓ ਆਏ ਤਨ ਸਭ ਗੁਰ ਪਾਹੀ। ਅਫਗਾਨਿਸਤਾਨ ਤੱਕ ਦੇ ਇਲਾਕੇ 'ਚੋਂ ਜਿੱਥੇ ਜਿੱਥੇ ਗੁਰਸਿੱਖ ਵਸਦੇ ਨੇ, ਮਹਾਰਾਜ ਜੀ ਦੇ ਪਾਸ ਦਸਵੰਧ ਦੀ ਮਾਇਆ ਉੱਥੋਂ ਵੀ ਸਿੱਖ ਭੇਜਦੇ ਨੇ, ਚੱਲ ਕੇ ਆਉਂਦੀ ਹੈ। ਪੂਰਬ ਦੱਖਣ ਉੱਤਰ ਸਾਰੇ, ਇਧਰ ਪੂਰਬ ਦਿਸ਼ਾ ਵਿੱਚ ਚੜ੍ਹਦੇ ਵਾਲੇ ਪਾਸੇ ਪਟਨਾ ਸਾਹਿਬ ਤੱਕ ਦੇ ਜਿਹੜੇ ਸਿੱਖ ਨੇ, ਉੱਥੋਂ ਵੀ ਬੇਅੰਤ ਸੰਗਤ ਜਿਹੜੀ ਹੈ ਉਹ ਮਾਇਆ ਭੇਜਦੀ ਹੈ ਦਸਵੰਧ ਦੀ। ਮਹਾਰਾਜ ਜੀ ਦੇ ਚਰਨਾਂ ਵਿੱਚ ਉੱਥੋਂ ਵੀ ਮਾਇਆ ਹਾਜ਼ਰ ਹੁੰਦੀ। ਫਿਰ ਇਧਰ ਦੱਖਣ ਦਿਸ਼ਾ ਵਾਲੇ ਪਾਸੇ, ਦੱਖਣ ਦਿਸ਼ਾ ਜਗਨਨਾਥਪੁਰੀ ਤੱਕ ਵੀ ਗੁਰਸਿੱਖ ਵਸਦੇ, ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਗਏ ਨੇ, ਉੱਥੋਂ ਉੱਥੋਂ ਮਾਇਆ ਮਹਾਰਾਜ ਜੀ ਦੇ ਚਰਨਾਂ 'ਚ ਹਾਜ਼ਰ ਹੁੰਦੀ ਹੈ। ਆਨੇ ਦਰਬ ਮਸੰਦ ਉਦਾਰੇ, ਜਿਹੜੇ ਮਸੰਦ ਨੇ ਉਹ ਮਾਇਆ ਲੈ ਕੇ ਆਉਂਦੇ, ਸੰਗਤ ਕੋਲੋਂ ਉਗਰਾ ਕੇ ਇਕੱਤਰ ਕਰਕੇ ਗੁਰੂ ਚਰਨਾਂ 'ਚ ਹਾਜ਼ਰ ਹੁੰਦੇ ਨੇ। ਦਿਨ ਕੇ ਚੌਥੇ ਪਹਿਰ ਦੀਵਾਨ, ਸ਼ਾਮ ਦੇ ਸਮੇਂ ਜਿਹੜਾ ਚੌਥਾ ਪਹਿਰ, ਆ ਜਿਹੜੇ ਪਹਿਰ 'ਚ ਹੁਣ ਆਪਾਂ ਬੈਠੇ, ਇਹ ਦਿਨ ਦਾ ਚੌਥਾ ਪਹਿਰ ਹੈ। ਇਸ ਵੇਲੇ ਮਹਾਰਾਜ ਜੀ ਦਾ ਰੋਜ਼ਾਨਾ ਦੀਵਾਨ ਸਜਦਾ। ਸ੍ਰੀ ਅਕਾਲ ਤਖਤ ਸਾਹਿਬ ਤੇ ਸਤਿਗੁਰੂ ਜੀ ਬੈਠ ਕੇ ਦਰਸ਼ਨ ਦਿੰਦੇ ਹਨ। ਕਰੇ ਲਗਾਵਨ ਗੁਰੂ ਮਹਾਨ, ਚੌਥੇ ਪਹਿਰ ਦਿਨ ਦੇ ਰੋਜ਼ਾਨਾ ਹੀ ਸਤਿਗੁਰਾਂ ਦਾ ਦੀਵਾਨ ਜ਼ਿਆਦਾ ਅਕਾਲ ਤਖਤ ਸਾਹਿਬ ਤੇ ਸਜਾਉਂਦੇ। ਦਰਬਾਰ ਸਾਹਿਬ ਮਹਾਰਾਜ ਜੀ ਬਹੁਤ ਘੱਟ ਸਮਾਂ ਹਾਜ਼ਰੀ ਭਰਦੇ, ਕਿਉਂਕਿ ਵੱਡਿਆਂ ਦੇ ਦਰਬਾਰ ਦਾ ਸਨਮਾਨ ਕਰਨ ਲਈ। ਕਿਉਂਕਿ ਪਾਤਸ਼ਾਹ ਜਦੋਂ ਉੱਥੇ ਬਹੁਤਾ ਸਮਾਂ ਬੈਠਦੇ ਤਾਂ ਬੇਅੰਤ ਸੰਗਤ ਆ ਕੇ ਹਾਜ਼ਰ ਹੋ ਕੇ ਮਹਾਰਾਜ ਜੀ ਨੂੰ ਨਮਸਕਾਰ ਕਰਦੇ। ਤੋ ਛੇਵੇਂ ਪਾਤਸ਼ਾਹ ਜੀ ਨੇ ਫਿਰ ਉੱਥੇ ਥੋੜਾ ਸਮਾਂ ਹੀ ਬੈਠਣਾ, ਜ਼ਿਆਦਾ ਸਮਾਂ ਮਹਾਰਾਜ ਜੀ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਸਜਣਾ। ਸ਼ਾਮ ਦੇ ਸਮੇਂ ਰੋਜ਼ਾਨਾ ਹੀ ਜਿਹੜਾ ਦੀਵਾਨ ਸਜਦਾ ਸੀ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਹੀ ਸਜਦਾ ਹੈ। ਪ੍ਰਥਮ ਨਵੇਂ ਕਰ ਸ਼੍ਰੀ ਹਰਿਮੰਦਰ, ਜਦੋਂ ਵੀ ਸਤਿਗੁਰੂ ਜੀ ਦੀਵਾਨ 'ਚ ਆਉਂਦੇ ਐ ਪਹਿਲਾਂ ਨਮਸਕਾਰ ਕਰਦੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੀ ਜਾ ਕੇ ਪ੍ਰਣਾਮ ਕਰਦੇ, ਨਮਸਕਾਰ ਕਰਦੇ। ਚਤਰ ਪ੍ਰਦਛਣਾ ਦੇ ਕਰ ਸੁੰਦਰ, ਦਰਬਾਰ ਸਾਹਿਬ ਦੀਆਂ 4 ਪਰਿਕਰਮਾ ਕਰਕੇ ਬੈਠੇ ਆਨ ਸਕਲ ਤਿਸ ਥਾਨ। ਫਿਰ ਸੰਗਤ ਨੂੰ, ਸਿੱਖਾਂ ਨੂੰ ਨਾਲ ਲੈ ਕੇ ਸਤਿਗੁਰੂ ਜੀ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਬੈਠਦੇ ਹਨ। ਸ੍ਰੀ ਅਕਾਲ ਤਖਤ ਸਾਹਿਬ ਤੇ ਆਣ ਕੇ ਸਜਦੇ ਹਨ। ਸ੍ਰੀ ਹਰਿਗੋਬਿੰਦ ਜਹਾਂ ਸੁਜਾਨ, ਧੰਨ ਗੁਰੂ ਹਰਿਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜੋ ਸਭ ਦਿਆਂ ਦਿਲਾਂ ਦੀਆਂ ਜਾਣਨ ਵਾਲੇ ਅੰਤਰਜਾਮੀ ਨੇ, ਉਹ ਦੀਵਾਨ ਸਜਾ ਕੇ ਬੈਠਦੇ ਹਨ। ਗਾਏ ਰਬਾਬੀ ਬਾਬਕ ਰਾਗ, ਮਹਾਰਾਜ ਜੀ ਦਾ ਇੱਕ ਰਬਾਬੀ ਸਿੱਖ ਹੈ ਜਿਹਦਾ ਨਾਮ ਹੈ ਭਾਈ ਬਾਬਕ। ਇਹ ਰਾਗੀ ਵੀ ਸੀ ਤੇ ਬੜੇ ਵੱਡੇ ਯੋਧੇ ਵੀ ਸੀ ਭਾਈ ਬਾਬਕ ਜੀ। ਮਹਾਰਾਜ ਜੀ ਦੇ ਦਰਬਾਰ 'ਚ ਸ੍ਰੀ ਅਕਾਲ ਤਖਤ ਸਾਹਿਬ ਤੇ ਭਾਈ ਬਾਬਕ ਜੀ ਕੀਰਤਨ ਕਰਦੇ ਸ਼ਾਮ ਨੂੰ, ਬੜੇ ਪ੍ਰੇਮ ਨਾਲ ਰੀਝ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਉਹ ਰਾਗਾਂ ਵਿੱਚ ਕਰਦੇ ਨੇ ਗਾਇਨ। ਗੁਰਜੁਤ ਸਿੱਖ ਸੁਨੇ ਕਰ ਰਾਗ, ਜਿਤਨੇ ਗੁਰਸਿੱਖ ਨੇ ਸਤਿਗੁਰੂ ਜੀ ਦੇ ਸਮੇਤ ਬੈਠੇ ਬਹੁਤ ਹੀ ਪ੍ਰੇਮ ਨਾਲ ਕੀਰਤਨ ਸੁਣਦੇ। ਰਾਗ ਨਾਮ ਪ੍ਰੇਮ ਦਾ ਵੀ ਹੈ। ਭਾਈ ਬਾਬਕ ਜੀ ਰਾਗ ਵਿੱਚ ਹੀ ਗਾਉਂਦੇ ਤੇ ਜਿੰਨੇ ਗੁਰਸਿੱਖ ਨੇ ਉਹ ਬੜੇ ਰਾਗ ਨਾਲ ਸੁਣਦੇ। ਰਾਗ ਨਾਮ ਪ੍ਰੇਮ ਦਾ, ਬਹੁਤ ਹੀ ਭਾਰੀ ਪ੍ਰੀਤ ਨਾਲ, ਪ੍ਰੇਮ ਨਾਲ ਗੁਰਬਾਣੀ ਦਾ ਕੀਰਤਨ ਸੁਣਦੇ ਹਨ। ਆਨ ਆਨ ਦਰਸੇ ਸਿੱਖ ਸਾਰੇ, ਜਿਤਨੇ ਗੁਰਸਿੱਖ ਨੇ ਜਦੋਂ ਸਤਿਗੁਰਾਂ ਦਾ ਦੀਵਾਨ ਸਜ ਜਾਂਦਾ, ਸ੍ਰੀ ਅੰਮ੍ਰਿਤਸਰ ਸਾਹਿਬ 'ਚ ਰਹਿਣ ਵਾਲੇ ਜਾਂ ਬਾਹਰੋਂ ਆਈਆਂ ਸੰਗਤਾਂ, ਉਹ ਸ਼ਾਮ ਨੂੰ ਫਿਰ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੁੱਜਦੀਆਂ ਨੇ। ਪੁਰੇ ਮਨੋਰਥ ਕਾਂਖਾ ਵਾਰੇ, ਹਰ ਇੱਕ ਦੀ ਕਾਂਖਾ, ਹਰ ਇੱਕ ਦੀ ਕਾਮਨਾ, ਹਰ ਇੱਕ ਦੀਆਂ ਰੀਝਾਂ ਸਤਿਗੁਰੂ ਜੀ ਪੂਰੀਆਂ ਕਰਦੇ ਹਨ। ਸਭ ਦੀਆਂ ਝੋਲੀਆਂ ਭਰ ਕੇ ਵਾਪਸ ਤੋਰਦੇ ਹਨ। ਕੀਤਕ ਆਵਤ ਚੱਲ ਜਗਿਆਸੀ, ਕਈ ਜਗਿਆਸੂ ਵੀ ਆਉਂਦੇ ਚੱਲ ਕੇ, ਸਾਰੇ ਕਾਮਨਾਵਾਂ ਵਾਲੇ ਨਹੀਂ ਹੁੰਦੇ। ਕਈਆਂ ਅੰਦਰ ਜਗਿਆਸਾ ਹੁੰਦੀ ਕਿ ਸਾਨੂੰ ਸਾਹਿਬ ਦੇ ਸਰੂਪ ਦੀ, ਆਪਣੇ ਨਿਜ ਸਰੂਪ ਦੀ ਪ੍ਰਾਪਤੀ ਹੋਵੇ, ਉਹਨਾਂ ਨੂੰ ਜਗਿਆਸੂ ਕਹਿੰਦੇ। ਇੱਕ ਤਾਂ ਹੁੰਦੇ ਕਾਮਨਾ ਧਾਰ ਕੇ ਆਉਣ ਵਾਲੇ, ਮਹਾਰਾਜ ਸਾਡਾ ਕੇਸ ਫਤਿਹ ਹੋ ਜਾਏ ਜੀ, ਮਹਾਰਾਜ ਸਾਡਾ ਵਪਾਰ ਚੰਗਾ ਚੱਲੇ ਜੀ, ਸਾਡਾ ਕੰਮ ਹੋ ਜੇ, ਸਾਡਾ ਧੰਦਾ ਪੂਰਾ ਹੋ ਜੇ, ਉਹ ਵੀ ਆਉਂਦੇ। ਪਰ ਬਹੁਤ ਵਿਰਲੇ ਹੁੰਦੇ ਜਿਹੜੇ ਜਗਿਆਸਾ ਲੈ ਕੇ ਆਉਂਦੇ ਕਿ ਸਾਹਿਬ ਜੀ ਸਾਡੇ ਨਿਜ ਸਰੂਪ ਦਾ ਸਾਨੂੰ ਗਿਆਨ ਹੋ ਜਾਵੇ।
ਪ੍ਰਭੂ ਨੂੰ ਮਿਲਣ ਦੀ ਜਗਿਆਸਾ, ਪਰਮਾਤਮਾ ਦੇ ਸਰੂਪ ਵਿੱਚ ਅਭੇਦ ਹੋਣ ਦੀ ਜਗਿਆਸਾ। ਸੰਤ ਗਿਆਨੀ ਨਿਰੰਜਨ ਸਿੰਘ ਜੀ ਜੋ ਇਸ ਸਥਾਨ ਤੇ ਬਹੁਤ ਲੰਮੇਰਾ ਸਮਾਂ ਕਥਾ ਕਰਦੇ ਰਹੇ, ਉਹ ਮਹਾਂਪੁਰਖ ਇੱਕ ਬਚਨ ਕਰਿਆ ਕਰਦੇ, ਜਗਿਆਸਾ ਦਾ ਉਹਨਾਂ ਨੇ ਬੜਾ ਪਿਆਰਾ ਅਰਥ ਕੀਤਾ। ਉਹ ਕਹਿੰਦੇ, ਜਾਗ ਪਈ ਹੈ ਆਸਾ ਜਿਨ੍ਹਾਂ ਦੇ ਮਿਲਣ, ਮਨ ਵਿੱਚ ਪਰਮੇਸ਼ਰ ਨੂੰ ਮਿਲਣ ਦੀ। ਇਹ ਅਰਥ ਕਰਿਆ ਕਰਦੇ, ਜਾਗ ਪਈ ਹੈ ਜਿਨ੍ਹਾਂ ਦੇ ਹਿਰਦਿਆਂ 'ਚ ਆਸ ਉਸ ਪਰਮੇਸ਼ਰ ਨੂੰ ਮਿਲਣ ਦੀ, ਉਹਦਾ ਨਾਮ ਹੈ ਜਗਿਆਸੂ। ਉਹਨੂੰ ਜਗਿਆਸੂ ਕਹਿੰਦੇ ਆ ਕਿ ਪ੍ਰਭੂ ਨੂੰ ਮਿਲਣ ਦੀ ਆਸ ਜਿਨ੍ਹਾਂ ਦੇ ਹਿਰਦੇ 'ਚ ਜਾਗ ਪਏ। ਇਦਾਂ ਦੇ ਜਗਿਆਸੂ ਵੀ ਛੇਵੇਂ ਪਾਤਸ਼ਾਹ ਦੀ ਸ਼ਰਨ ਆਉਂਦੇ ਨੇ। ਕਿਤਕ ਮਮੋਖੀ ਸਿਖਰੇ ਪਾਸੀ। ਕਈ ਮਮੋਖਸ਼ੂ ਸਿੱਖ, ਮਮੋਖਸ਼ੂ ਕਿਹਨੂੰ ਕਹਿੰਦੇ ਨੇ? ਜਿਹਦੇ ਅੰਦਰ ਮੁਕਤੀ ਦੀ ਇੱਛਾ ਹੋਵੇ, ਜਿਹਦੇ ਅੰਦਰ ਇਹ ਇੱਛਾ ਹੋਵੇ ਕਿ ਮਹਾਰਾਜ ਸਾਡਾ ਜਨਮ ਮਰਨ ਕੱਟਿਆ ਜਾਏ, ਅਸੀਂ ਜਨਮ ਮਰਨ ਤੋਂ ਰਹਿਤ ਹੋ ਜਾਈਏ। ਇਹੋ ਜਿਹੀ ਮੁਕਤੀ ਦੀ ਇੱਛਾ ਰੱਖਣ ਵਾਲੇ ਮਮੋਖਸ਼ੂ ਵੀ ਮਹਾਰਾਜ ਜੀ ਦੇ ਕੋਲ ਰਹਿੰਦੇ ਹਨ। ਸੇਵਾ ਕਰੇ ਪ੍ਰੇਮ ਤੇ ਕਨੀ। ਉਹ ਬੜੇ ਘਣੇ ਪ੍ਰੇਮ 'ਚ ਭਿੱਜ ਕੇ ਸਤਿਗੁਰਾਂ ਦੀ ਸੇਵਾ ਕਰਦੇ ਹਨ, ਛੇਵੇਂ ਪਾਤਸ਼ਾਹ ਜੀ ਦੀ ਸੇਵਾ 'ਚ ਹਾਜ਼ਰ ਰਹਿੰਦੇ ਹਨ। ਸੁਨੇ ਕਰਨ ਦੇ ਜਿਮ ਗੁਰ ਭਨੀ। ਜਿਵੇਂ ਸਤਿਗੁਰੂ ਜੀ ਕਹਿੰਦੇ ਨੇ ਉਹ ਸਿੱਖ ਉਸੇ ਤਰ੍ਹਾਂ ਬਚਨ ਸੁਣਦੇ, ਜਿਵੇਂ ਕਹਿੰਦੇ ਉਸੇ ਤਰ੍ਹਾਂ ਕਰਦੇ ਕਿ ਜੋ ਗੁਰਦੇਵ ਨੇ ਕਹਿ ਦਿੱਤਾ ਅਸੀਂ ਉਹੀ ਕਰਨਾ। ਏਦਾਂ ਦੀ ਭਾਵਨਾ ਨਾਲ ਸੇਵਾ ਕਰਦੇ ਹਨ। ਸੰਧਿਆ ਮੈਂ ਸੋਦਰ ਸੁਨ ਕਰਕੇ। ਫਿਰ ਸੰਧਿਆ ਵੇਲੇ ਸੋਦਰ ਦਾ ਪਾਠ ਹੁੰਦਾ, ਸੋਦਰ ਦਾ ਪਾਠ ਸਾਰੇ ਸਿੱਖ ਸਤਿਗੁਰਾਂ ਦੇ ਸਮੇਤ ਸੁਣਦੇ। ਭੋਗ ਪਰੇ ਤੇ ਸ਼ਰਧਾ ਧਰ ਕੇ। ਜਦੋਂ ਭੋਗ ਪੈਂਦਾ ਤੇ ਮਨ 'ਚ ਸ਼ਰਧਾ ਧਾਰਨ ਕਰਕੇ ਕਰ ਬੰਦੇ ਬੰਧਨ ਕਰ ਆਚੇ। ਬੜੇ ਪ੍ਰੇਮ ਨਾਲ ਹੱਥ ਜੋੜ ਕੇ ਗੁਰੂ ਚਰਨਾਂ ਤੇ ਸਿੱਖ ਬੰਦਨਾ ਕਰਦੇ ਹਨ। ਬੌਰ ਚਲੇ ਸਤਿਗੁਰ ਕੇ ਪਾਛੇ। ਮਹਾਰਾਜ ਜੀ ਸੋਦਰ ਦੀ ਸਮਾਪਤੀ ਤੋਂ ਬਾਅਦ ਫਿਰ ਦੀਵਾਨ 'ਚ ਉੱਠਦੇ, ਜਦੋਂ ਚੱਲਦੇ ਤੇ ਸਾਰੇ ਸਿੱਖ, ਸਾਰੀ ਸੰਗਤ ਸਤਿਗੁਰਾਂ ਦੇ ਨਾਲ ਨਾਲ ਪਿੱਛੇ ਪਿੱਛੇ ਚੱਲ ਪੈਂਦੀ ਹੈ। ਵੱਡੀ ਪ੍ਰਦਛਨਾ ਸਰ ਕੀ ਦੇਹ। ਫਿਰ ਅੰਮ੍ਰਿਤਸਰ ਸਰੋਵਰ ਦੀ ਜਿਹੜੀ ਵੱਡੀ ਪਰਿਕਰਮਾ ਉਹ ਕਰਦੇ ਸਤਿਗੁਰੂ। ਛੇਵੇਂ ਪਾਤਸ਼ਾਹ ਅੱਗੇ ਅੱਗੇ ਮੂਹਰੇ ਮੂਹਰੇ, ਬਾਕੀ ਜਿੰਨੀ ਸੰਗਤ ਉਹ ਸਤਿਗੁਰਾਂ ਦੇ ਨਾਲ ਨਾਲ ਪਿੱਛੇ ਪਿੱਛੇ ਚੱਲਦੀ ਅੰਮ੍ਰਿਤਸਰ ਸਰੋਵਰ ਦੀ ਵੱਡੀ ਪਰਿਕਰਮਾ ਕਰਦੇ ਨੇ। ਪੌਰ ਦਰਸ਼ਨੀ ਦਰਸ਼ਨ ਲੇ। ਵੱਡੀ ਪਰਿਕਰਮਾ ਕਰਕੇ ਫਿਰ ਜਿਹੜੀ ਦਰਸ਼ਨੀ ਡਿਓੜੀ ਆ ਦਰਬਾਰ ਸਾਹਿਬ ਦੀ, ਉੱਥੇ ਆ ਕੇ ਸੀਸ ਝੁਕਾ ਕੇ ਪਰਿਕਰਮਾ ਸੰਪੂਰਨ ਕਰਦੇ। ਅੰਤਰ ਕੀ ਪਰਿਕਰਮਾ ਕਰੇ। ਫਿਰ ਅੰਦਰ ਜਾਂਦੇ ਦਰਬਾਰ ਸਾਹਿਬ, ਦਰਬਾਰ ਸਾਹਿਬ ਅੰਦਰ ਜਾ ਕੇ ਫਿਰ ਹਰਿਮੰਦਰ ਸਾਹਿਬ ਦੀ ਜਿਹੜੀ ਅੰਦਰਲੀ ਛੋਟੀ ਪਰਿਕਰਮਾ ਉਹ ਛੇਵੇਂ ਪਾਤਸ਼ਾਹ ਕਰਦੇ, ਨਾਲ ਨਾਲ ਸਾਰੀ ਸੰਗਤ ਵੀ ਪਰਿਕਰਮਾ ਕਰਦੀ ਹੈ। ਨਮਰੀ ਓਤ ਪ੍ਰੇਮ ਕੋ ਤਰੇ। ਬੜੇ ਭਾਰੀ ਹਿਰਦੇ 'ਚ ਪ੍ਰੇਮ ਨੂੰ ਧਾਰਨ ਕਰਕੇ ਮਹਾਰਾਜ ਬਾਰੰਬਾਰ ਨਮਰੀ ਹੁੰਦੇ, ਵਿਨਮਰ ਹੁੰਦੇ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਦੇ ਸਨਮੁਖ। ਭਾਈ ਬ੍ਰਿਧ ਸਭ ਸਿੱਖ ਗੁਰਦਾਸ। ਬਾਬਾ ਬੁੱਢਾ ਸਾਹਿਬ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ, ਹੋਰ ਵੀ ਬਹੁਤ ਸਾਰੇ ਗੁਰਸਿੱਖ ਗਾਵਤ ਚੌਂਕੀ ਸ਼ਬਦ ਪ੍ਰਕਾਸ਼। ਉਹ ਸ਼ਬਦ ਚੌਂਕੀ ਗਾਉਂਦੇ, ਉਹ ਕੀਰਤਨ ਗਾਇਨ ਕਰਦੇ। ਉਹ ਮਰਿਆਦਾ ਉਸੇ ਤਰ੍ਹਾਂ ਹੀ ਰੱਖੀ, ਭਾਵੇਂ ਛੇਵੇਂ ਪਾਤਸ਼ਾਹ ਵੀ ਗਏ, ਹੁਣ ਤੱਕ ਚੱਲਦੀ ਹੈ। ਤੋ ਕਹਿੰਦੇ ਸ਼ਬਦ ਚੌਂਕੀ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਰਦੇ ਨੇ। ਸਨੇ ਸਨੇ ਪਰ ਦਛਨਾ ਦੇਤੇ। ਉਹ ਵੀ ਸਹਿਜੇ ਸਹਿਜੇ ਹੌਲੇ ਹੌਲੇ ਸਰੋਵਰ ਦੀ ਪਰਿਕਰਮਾ ਕਰਦੇ, ਨਾਲ ਨਾਲ ਕੀਰਤਨ ਕਰਦੇ ਜਾਂਦੇ। ਸ਼ਬਦ ਪੜਤ ਸਮਝਤ ਸੁਖ ਲੀਤੇ। ਨਾਲੇ ਸ਼ਬਦਾਂ ਨੂੰ ਪੜ੍ਹਦੇ ਤੇ ਪੜ੍ਹ ਕੇ ਸ਼ਬਦ ਨੂੰ ਸਮਝਦੇ ਕਿ ਸ਼ਬਦ ਕਹਿ ਕੀ ਰਿਹਾ। ਪੜ੍ਹਦਿਆਂ ਕੀਰਤਨ ਕਰਦਿਆਂ ਪੜ੍ਹਦੇ, ਸੰਗਤ ਜਿੰਨੀ ਵੀ ਸਿੱਖ, ਜਿੰਨੇ ਬਾਬਾ ਬੁੱਢਾ ਸਾਹਿਬ ਜੀ ਦੇ ਸਮੇਤ, ਨਾਲ ਉਸ ਸ਼ਬਦ ਨੂੰ ਸਮਝਦੇ ਨੇ ਕਿ ਸ਼ਬਦ ਕਹਿ ਕੀ ਰਿਹਾ। ਏਦਾਂ ਸ਼ਬਦ ਚੌਂਕੀ ਦਾ ਰਸ ਲੈਂਦੇ ਨੇ ਬੜੇ ਪ੍ਰੇਮ ਨਾਲ। ਦੇਖਤ ਪਏ ਪ੍ਰਸੰਨ ਬਿਲੰਦ। ਛੇਵੇਂ ਪਾਤਸ਼ਾਹ ਬਹੁਤ ਪ੍ਰਸੰਨ ਹੋਏ। ਇਹ ਸ਼ਬਦ ਚੌਂਕੀ ਅੱਜ ਜਦੋਂ ਮਹਾਰਾਜ ਜੀ ਨੇ ਵੇਖੀ, ਕਿਉਂਕਿ ਅਗਲੇ ਦਿਨ ਸ਼ਾਮ ਨੂੰ ਜਦੋਂ ਆਏ ਨੇ, ਅਗਲੇ ਦਿਨ ਹੀ ਸ਼ਬਦ ਚੌਂਕੀ ਮਹਾਰਾਜ ਛੇਵੇਂ ਪਾਤਸ਼ਾਹ ਨੇ ਵੇਖੀ, ਤੋ ਛੇਵੇਂ ਪਾਤਸ਼ਾਹ ਬਹੁਤ ਪ੍ਰਸੰਨ ਹੋਏ। ਬਦਤ ਪਏ ਸ਼੍ਰੀ ਹਰਗੋਬਿੰਦ। ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਬੋਲੇ, ਜਦੋਂ ਸ਼ਬਦ ਚੌਂਕੀ ਦੇ ਦਰਸ਼ਨ ਕੀਤੇ ਤੇ ਬੋਲੇ, ਧੰਨ ਬ੍ਰਿਧ ਭਾਈ ਸ਼ੁਭਰੀਤ। ਮਹਾਰਾਜ ਜੀ ਕਹਿੰਦੇ ਧੰਨ ਹਨ ਬਾਬਾ ਬੁੱਢਾ ਸਾਹਿਬ ਜੀ, ਧੰਨ ਹਨ ਭਾਈ ਗੁਰਦਾਸ ਸਾਹਿਬ ਜੀ, ਜਿਨ੍ਹਾਂ ਨੇ ਸ਼ੁਭ ਰੀਤ ਸ਼ੁਭ ਮਰਿਆਦਾ ਗੁਰੂ ਘਰ 'ਚ ਚਲਾਈ।
ਇਹ ਸ਼ੁਭ ਰੀਤ ਸ਼ਬਦ ਚੌਂਕੀ ਦੀ, ਇਹ ਸ਼ੁਭ ਮਰਿਆਦਾ, ਇਹ ਸ਼ੁਭ ਰੀਤ ਚਲਾਈ ਹੈ। ਬਾਬਾ ਬੁੱਢਾ ਸਾਹਿਬ ਜੀ ਧੰਨ ਨੇ, ਭਾਈ ਗੁਰਦਾਸ ਸਾਹਿਬ ਜੀ ਧੰਨ ਹਨ। ਕਰੀ ਸੁਦਾਸਰ ਪਰ ਤਰ ਪ੍ਰੀਤ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਕਰਮਾਂ ਵਿੱਚ ਦਰਬਾਰ ਸਾਹਿਬ ਇਹ ਸ਼ਬਦ ਚੌਂਕੀ ਦੀ ਬੜੀ ਸੁੰਦਰ ਮਰਿਆਦਾ, ਬਹੁਤ ਹੀ ਸੋਹਣੀ ਰੀਤ ਜਿਹੜੀ ਆ ਉਹ ਚਲਾਈ ਹੈ। ਕਰੇ ਸਰਾਹਨ ਪੁਨ ਗੁਰਦਾਸ, ਭਾਈ ਗੁਰਦਾਸ ਜੀ ਨੂੰ ਮਹਾਰਾਜ ਜੀ ਸਲਾਉਂਦੇ ਨੇ ਨਾਲ। ਆਹੋ ਧੰਨ ਵੱਡ ਪ੍ਰੇਮ ਪ੍ਰਕਾਸ਼, ਕਹਿਣ ਲੱਗੇ ਧੰਨ ਹੋ ਭਾਈ ਗੁਰਦਾਸ ਜੀ ਕਿ ਤੁਹਾਡੇ ਹਿਰਦੇ 'ਚ ਗੁਰੂ ਘਰ ਦਾ ਭਾਰੀ ਪ੍ਰੇਮ ਪ੍ਰਕਾਸ਼ ਰਿਹਾ ਹੈ। ਪੁਨੇ ਜਾਮਨੀ ਮੈਂ ਗੁਰ ਜਾਵੇਂ, ਏਦਾਂ ਜਦੋਂ ਰਾਤ ਪੈ ਜਾਂਦੀ, ਹਨੇਰਾ ਪਸਰ ਜਾਂਦਾ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਮਹਿਲਾਂ ਵਿੱਚ ਆਉਂਦੇ, ਗੁਰੂ ਕੇ ਮਹਿਲਾਂ ਵਿੱਚ ਆਣ ਕੇ ਨਿਵਾਸ ਕਰਦੇ। ਸੁਖ ਸਮੇਤ ਸ਼ੁਭ ਸਦਨ ਬਿਤਾਵੇਂ, ਸੁਖ ਨਾਲ ਆਨੰਦ ਨਾਲ ਸਤਿਗੁਰੂ ਜੀ ਆਪਣੇ ਮਹਿਲਾਂ 'ਚ ਨਿਵਾਸ ਕਰਕੇ ਰਾਤ ਬਤੀਤ ਕਰਦੇ ਹਨ। ਪੁਰ ਕਰਤਾਰ ਵਿਖੇ ਗਨ ਸੈਨਾ, ਉਧਰ ਕਰਤਾਰਪੁਰ ਸਾਹਿਬ ਫੌਜਾਂ ਸਾਰੀਆਂ ਉੱਥੇ ਸੀ ਜਦੋਂ ਮਹਾਰਾਜ ਨਾਨਕ ਮਤਾ ਸਾਹਿਬ ਗਏ ਨੇ, ਤੇ ਜਿੰਨੇ ਘੋੜ ਸਵਾਰ ਸੀ ਉਹਨਾਂ ਨੂੰ ਉੱਥੇ ਛੱਡ ਗਏ ਸੀ ਕਰਤਾਰਪੁਰ ਸਾਹਿਬ, ਕਿਉਂਕਿ ਉਧਰ ਘਾਹ ਦੀ ਕਮੀ ਨਹੀਂ ਸੀ, ਇੱਧਰ ਘਾਹ ਦੀ ਕਿੱਲਤ ਸੀ। ਤੋ ਕਰਤਾਰਪੁਰ ਸਾਹਿਬ ਮਹਾਰਾਜ ਜੀ ਦੀ ਸਾਰੀ ਸੈਨਾ, ਸਾਰੇ ਯੋਧੇ ਉੱਥੇ ਸਨ। ਪਠੀ ਬੁਲਾਏ ਪ੍ਰਥਮ ਗੁਣ ਐਨਾ, ਮਹਾਰਾਜ ਜੀ ਨੇ ਸੁਨੇਹਾ ਭੇਜ ਕੇ ਕਰਤਾਰਪੁਰ ਸਾਹਿਬ ਤੋਂ ਸਾਰੀ ਸੈਨਾ, ਸਾਰੇ ਘੋੜ ਸਵਾਰ ਫੌਜਾਂ ਸ੍ਰੀ ਅੰਮ੍ਰਿਤਸਰ ਸਾਹਿਬ ਸੱਦ ਲਈਆਂ। ਪੈਂਦੇ ਖਾਂ ਸਮੇਤ ਚੱਲ ਆਈ, ਪੈਂਦੇ ਖਾਂ ਮਹਾਰਾਜ ਜੀ ਉੱਥੇ ਭਰਤੀ ਕਰ ਗਏ ਸੀ ਕਰਤਾਰਪੁਰ ਸਾਹਿਬ, ਕਹਿ ਗਏ ਸੀ ਸਿੱਖਾਂ ਨੂੰ, ਖੁਰਾਕ ਵੀ ਲਾ ਗਏ ਸੀ ਵੀ ਇੰਨੀ ਖੁਰਾਕ ਇਹਨੂੰ ਦੇਣੀ ਹੈ ਰੋਜ਼। ਤੋ ਪੈਂਦੇ ਖਾਂ ਵੀ ਫੌਜ ਦੇ ਨਾਲ ਵਾਪਸ ਆਇਆ, ਸ੍ਰੀ ਅੰਮ੍ਰਿਤਸਰ ਸਾਹਿਬ ਆਇਆ। ਗੁਰ ਆਗੇ ਸਭ ਗਰੀਬ ਨਿਵਾਈ, ਸਾਰੇ ਯੋਧੇ ਮਹਾਰਾਜ ਜੀ ਦੇ ਪਾਸ ਆਏ, ਸਤਿਗੁਰੂ ਜੀ ਦੇ ਚਰਨਾਂ ਤੇ ਸਭ ਨੇ ਬੜੇ ਅਦਬ ਨਾਲ ਸੀਸ ਝੁਕਾ ਕੇ ਮੱਥਾ ਟੇਕਿਆ। ਪ੍ਰਿਥਕ ਪ੍ਰਿਥਕ ਸੁਭਟਨ ਕੋ ਹੀਰਾ, ਕੱਲੇ ਕੱਲੇ ਸੂਰਮੇ ਨੂੰ ਮਹਾਰਾਜ ਜੀ ਵੇਖਦੇ, ਕਿਉਂਕਿ ਸਭ ਨੂੰ ਮਹਾਰਾਜ ਜੀ ਜਾਣਦੇ, ਕੱਲੇ ਕੱਲੇ ਨੂੰ, ਕੱਲੇ ਕੱਲੇ ਨੂੰ ਵੇਖਦੇ ਤੇ ਪਰਖਦੇ ਨੇ। ਬੂਜੀ ਕੁਸ਼ਲ ਸਬਨ ਤਿਸ ਬੇਰਾ, ਸਾਰਿਆਂ ਦੀ ਕੁਸ਼ਲਤਾ ਪੁੱਛੀ ਹੈ, ਸਾਰਿਆਂ ਦਾ ਰਾਜੀ ਖੁਸ਼ੀ ਦਾ ਸੁਖ ਸੁਨੇਹਾ ਪੁੱਛਿਆ ਹੈ। ਹਰਖਤ ਹੋਏ ਗਨ ਕਰੇ ਉਚਾਰੀ, ਸਭ ਬੜੇ ਖੁਸ਼ ਹੋ ਕੇ ਪ੍ਰਸੰਨ ਹੋ ਕੇ ਮਹਾਰਾਜ ਜੀ ਨੂੰ ਬੇਨਤੀ ਕਰਦਿਆਂ ਦੱਸਦੇ ਨੇ, ਅਖਿਲ ਅਨਾਮੇ ਕਿਰਪਾ ਤੁਮਾਰੀ, ਕਹਿਣ ਲੱਗੇ ਮਹਾਰਾਜ ਤੁਹਾਡੀ ਕਿਰਪਾ ਨਾਲ ਸਾਰੇ ਰਾਜੀ ਖੁਸ਼ੀ ਹਾਂ, ਤੁਹਾਡੀ ਦਇਆ ਮਾਇਆ ਨਾਲ ਸਭ ਰਾਜੀ ਖੁਸ਼ੀ ਹਾਂ। ਘੋੜੇ ਵੀ ਨਰੋਏ ਨੇ ਮਹਾਰਾਜ, ਤੇ ਜਿੰਨੇ ਯੋਧੇ ਨੇ ਸਾਰੇ ਚੜ੍ਹਦੀ ਕਲਾ ਵਿੱਚ ਹਨ। ਪੁਨ ਤੋ ਰੰਗ ਸ਼ੁਭ ਅੰਗ ਨਿਹਾਰੇ, ਮਹਾਰਾਜ ਜੀ ਫਿਰ ਆਪ ਗਏ ਘੋੜਿਆਂ ਨੂੰ ਵੇਖਣ ਵਾਸਤੇ ਵੀ ਘੋੜੇ ਰਾਜੀ ਨੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਫਿਰ ਕੇ ਸਾਰੇ ਘੋੜਿਆਂ ਨੂੰ ਵੇਖਿਆ, ਕੱਲੇ ਕੱਲੇ ਘੋੜੇ ਦੇ ਪੌੜ ਵੇਖੇ, ਪੈਰ ਵੇਖੇ ਵੀ ਕਿਸੇ ਘੋੜੇ ਦਾ ਕੋਈ ਪੈਰ ਨਾ ਖਰਾਬ ਹੋਵੇ। ਚਾਰੇ ਪਾਸੇ ਫਿਰ ਕੇ ਜਿੰਨੇ ਘੋੜੇ ਸੀ, ਕੱਲੇ ਕੱਲੇ ਘੋੜੇ ਨੂੰ ਮਹਾਰਾਜ ਜੀ ਨੇ ਵੇਖਿਆ। ਪਹਿਲਾਂ ਸੂਰਮਿਆਂ ਨੂੰ ਵੇਖਿਆ ਵੀ ਸੂਰਮੇ ਸਾਰੇ ਠੀਕ ਠਾਕ ਨੇ, ਤੰਦਰੁਸਤ ਨੇ, ਵੀ ਢਿੱਲੇ ਮੱਠੇ ਦਾ ਨਹੀਂ, ਸਰੀਰ ਕਮਾਏ ਆ, ਕਸਰਤ ਕਰਦੇ ਆ, ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਆ ਕਿ ਨਹੀਂ। ਫਿਰ ਘੋੜੇ ਤੱਕੇ ਸਤਿਗੁਰੂ ਜੀ ਨੇ ਸਾਰੇ, ਐ ਪੁਸ਼ਟ ਤਨ ਪ੍ਰਾਕਰਮ ਭਾਰੇ, ਮਹਾਰਾਜ ਜੀ ਕਹਿੰਦੇ ਘੋੜੇ ਤਾਂ ਬੜੇ ਰਾਜੀ ਕਰਕੇ ਲਿਆਇਓ ਯੋਧਿਓ, ਘੋੜੇ ਬੜੇ ਸੁੰਦਰ ਨੇ, ਰਿਸ਼ਟ ਪੁਸ਼ਟ ਨੇ। ਮਹਾਰਾਜ ਜੀ ਨੇ ਬੜੀਆਂ ਖੁਸ਼ੀਆਂ ਕੀਤੀਆਂ, ਬਹੁਤ ਪ੍ਰਸੰਨ ਹੋਏ ਸਾਰੇ ਯੋਧਿਆਂ ਤੇ। ਪੁਨ ਪੈਂਦੇ ਖਾਂ ਕੀ ਦਿਸ਼ ਦੇਖਾ, ਫਿਰ ਪੈਂਦੇ ਖਾਂ ਆਇਆ, ਮਹਾਰਾਜ ਜੀ ਨੂੰ ਨਮਸਕਾਰ ਕੀਤੀ। ਸਤਿਗੁਰਾਂ ਨੇ ਪੈਂਦੇ ਖਾਂ ਵੱਲ ਵੇਖਿਆ, ਜਿਸ ਕੋ ਡੀਲ ਸ਼ਰੀਰ ਵਿਸ਼ੇਖਾ, ਪੈਂਦੇ ਖਾਂ ਜਿਹਦੀ ਡੀਲ ਬੜੀ ਉੱਚੀ ਲੰਮੀ, 7 ਫੁੱਟ ਉੱਚਾ ਲੰਮਾ ਜਵਾਨ, ਬਹੁਤ ਵੱਡੀ ਕੱਦ ਕਾਠੀ ਸੀ ਪੈਂਦੇ ਖਾਂ ਦੀ। ਪੂਰਬ ਤੇ ਡਿਉਢਾ ਹੋਏ ਗਏ, ਜਦੋਂ ਮਹਾਰਾਜ ਜੀ ਕੋਲ ਆਇਆ ਸੀ ਉਹਦੇ ਨਾਲੋਂ 1.5 ਗੁਣਾ ਜ਼ਿਆਦਾ ਹੋ ਗਿਆ ਉਹਦਾ ਸਰੀਰ, ਬਲੀ ਹੋ ਗਿਆ। ਪਹਿਲਾਂ ਥੋੜਾ ਜਿਹਾ ਲਗਰ ਜਿਹਾ ਸੀ, ਲੰਮਾ ਜਿਹਾ, ਕੱਦ ਤਾਂ ਲੰਮਾ ਸੀ ਪਰ ਬਲਵਾਨ ਨਹੀਂ ਸੀ। ਮਹਾਰਾਜ ਜੀ ਨੇ ਖੁਰਾਕ ਲਾ ਦਿੱਤੀ ਵੀ ਇਹਨੂੰ ਚੰਗੀ ਖੁਰਾਕ ਦੇਣੀ ਹੈ, ਚੰਗੇ ਮੇਵੇ ਖਵਾਉਣੇ ਆ, ਕਸਰਤ ਕਰਾਉਣੀ। ਜਦੋਂ ਹੁਣ ਆਇਆ ਤੇ ਪਹਿਲਾਂ ਨਾਲੋਂ 1.5 ਹੋ ਗਿਆ ਪੈਂਦਾ, ਇੰਨਾ ਉਹਦਾ ਸਰੀਰ ਬਲਵਾਨ ਹੈ। ਅਤ ਖੁਰਾਕ ਤੇ ਬਲ ਅਤ ਭਇਓ, ਕਹਿੰਦੇ ਖੁਰਾਕ ਬਹੁਤ ਜ਼ਿਆਦਾ, 2-2 ਮੱਝਾਂ ਦਾ ਤਾਂ ਦੁੱਧ ਉਹਨੂੰ ਕਾੜ ਕੇ ਪਿਆਉਂਦੇ ਰਹੇ, ਮੇਵੇ ਪਾ ਕੇ, ਕਈ ਤਰ੍ਹਾਂ ਦੇਸੀ ਘਿਓ ਨੂੰ ਚਾਰਦੇ ਰਹੇ,
ਕਹਿੰਦੇ ਸਰੀਰ ਉਹਦਾ ਅੱਤ ਦੀ ਖੁਰਾਕ ਖਾਣ ਕਰਕੇ ਅੱਤ ਦਾ ਬਲਵਾਨ ਹੋ ਗਿਆ। ਬੜੇ ਪੁਸ਼ਟ ਪੁਜ ਦੰਡ ਪ੍ਰਚੰਡ, ਉਹਦੇ ਜਿਹੜੇ ਭੁਜ ਦੰਡੇ ਨੇ, ਉਹਦੀਆਂ ਜਿਹੜੀਆਂ ਬਾਹਾਂ ਨੇ ਬੜੀਆਂ ਬਲਵਾਨ ਨੇ, ਬਹੁਤ ਜ਼ਿਆਦੀਆਂ ਬਲਵਾਨ, ਮੋਟੀਆਂ ਬਾਹਾਂ। ਮੋਟੀਆਂ ਦਾ ਮਤਲਬ ਥੂਲ ਨੇ। ਬਾਹਾਂ ਵੱਖਰੀਆਂ ਨਜ਼ਰ ਆਉਂਦੀਆਂ, ਡੋਲੇ ਵੱਖਰੇ ਨਜ਼ਰ ਆਉਂਦੇ। ਅਗਲੇ ਪਾਸੇ ਵਾਲੇ ਜਿਹੜੀ ਬਾਹ ਆ ਗੁੱਟ, ਉਹ ਆਮ ਕਰਕੇ ਤਾਂ ਕਿਸੇ ਦੇ ਹੱਥ ਵਿੱਚ ਹੀ ਨਾ ਆਵੇ, ਇੰਨਾ ਮੋਟਾ ਗੁੱਟ ਹੈ ਹੱਥ ਦਾ ਪੈਂਦੇ ਖਾਂ ਦਾ। ਮਨੋ ਕਰਬ ਕੀ ਦੀਰਘ ਸੁੰਡ, ਬਾਹਾਂ ਏਦਾਂ ਜਾਪਦੀਆਂ ਜਿਵੇਂ ਕਿਸੇ ਹਾਥੀ ਦੀਆਂ ਲੰਮੀਆਂ ਸੁੰਡਾਂ ਹੋਣ। ਕਿਸੇ ਹਾਥੀ ਦੀ ਲੰਮੀ ਸੁੰਡ ਹੁੰਦੀ ਹੈ ਨਾ, ਸੁੰਡ ਬੜੀ ਬਲਵਾਨ ਹੁੰਦੀ ਹਾਥੀ ਦੀ, ਜੇ ਸ਼ੇਰ ਨੂੰ ਵੀ ਘੋਟਲੇ ਵਿੱਚ ਉਹਦੀ ਜਾਨ ਕੱਢ ਦਿੰਦਾ। ਕਹਿੰਦੇ ਏਦਾਂ ਹਾਥੀ ਦੀਆਂ ਸੁੰਡਾਂ ਨੇ, ਮਾਨੋ ਏਦਾਂ ਦੀਆਂ ਬਾਹਾਂ ਨੇ ਦੋਵੇਂ ਪੈਂਦੇ ਦੀਆਂ। ਕਦ ਵਿਸਾਲ ਮਸ ਭੀਜ ਤੇ ਆਨਨ, 7 ਫੁੱਟ ਦੇ ਨੇੜੇ ਉੱਚਾ ਲੰਮਾ ਕੱਦ ਹੈ ਤੇ ਚਿਹਰੇ ਤੇ ਹਾਲੇ ਥੋੜੀ ਥੋੜੀ ਮਸ ਭੁਰਦੀ ਹੈ। ਉਮਰ ਬਹੁਤੀ ਨਹੀਂ ਸੀ ਪੈਂਦੇ ਦੀ, ਦਾੜੀ ਹਾਲੇ ਥੋੜੀ ਥੋੜੀ ਆ ਰਹੀ ਹੈ ਪੈਂਦੇ ਦੀ। ਜੈ ਸਮਾਨ ਤਨ ਨਾਹੇ ਨਯਾਨਨ, ਜਿੰਨੇ ਸੂਰਮੇ ਨੇ ਗੁਰੂ ਸਾਹਿਬ ਕੋਲ, ਕਿਸੇ ਦਾ ਸਰੀਰ ਇਹੋ ਜਿਹਾ ਨਹੀਂ ਜਿਹੋ ਜਿਹਾ ਪੈਂਦੇ ਖਾਂ ਦਾ। ਉੱਚਾ ਲੰਮਾ ਕੱਦ, ਬਾਹਾਂ ਬਲਵਾਨ, ਕਿਸੇ ਹੋਰ ਯੋਧੇ ਦਾ ਇਹੋ ਜਿਹਾ ਸਰੀਰ ਨਜ਼ਰ ਨਹੀਂ ਆਉਂਦਾ। ਦੇਖ ਪ੍ਰਸੰਨ ਭਈ ਗੁਰ ਸਾਈਂ, ਜਦੋਂ ਪੈਂਦੇ ਖਾਂ ਨੂੰ ਵੇਖਿਆ ਨਾ ਵੀ ਅੱਗੇ ਨਾਲੋਂ ਡਿਉਢਾ ਹੋ ਗਿਆ, ਤੇ ਸਾਈਂ ਜੀ ਜਗਤ ਗੁਰਦੇਵ ਜੀ ਵੇਖ ਕੇ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ। ਕਹਿੰਦੇ ਆਹੋ ਪੈਂਦੇ ਖਾਂ, ਕਮਾਲ ਹੋ ਗਈ ਹੈ, ਵਾਕਈ ਬਲਵਾਨ ਸਰੀਰ ਹੋ ਗਿਆ। ਬਨੇ ਬਲੀ ਜੋ ਧਾਰਣ ਥਾਈ, ਬਾਦਸ਼ਾਹ ਨੇ ਸ਼ਲਾਘਾ ਕੀਤੀ, ਕਹਿੰਦੇ ਬੜਾ ਯੋਧਾ ਬਣੇਗਾ, ਰਣ ਭੂਮੀ 'ਚ ਬੜਾ ਲੜਾਕਾ ਹੋਵੇਗਾ, ਬੜਾ ਸੂਰਮਾ ਹੋਵੇਗਾ ਰਣ ਭੂਮੀ ਵਿੱਚ। ਆਯੁਧ ਵਿਦਿਆ ਸਿੱਖਿਆ ਹੇਤ, ਹੁਣ ਮਹਾਰਾਜ ਜੀ ਨੇ ਹੁਕਮ ਕੀਤਾ ਵੀ ਇਹਨੂੰ ਸ਼ਸਤਰ ਵਿਦਿਆ ਵੀ ਸਿਖਾਓ, ਸ਼ਸਤਰ ਵਿਦਿਆ ਵਿੱਚ ਇਹਨੂੰ ਨਿਪੁੰਨ ਕਰੋ। ਬੋਲੇ ਸ਼੍ਰੀ ਸੋਢੀ ਕੁਲ ਕੇਤ, ਸੋਢੀਆਂ ਦੀ ਕੁਲ ਦੇ ਕੇਤ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ। ਅਬ ਤੋਂ ਵਰਜਿਸ਼ ਕਰੋ ਸਦਾਈ, ਮਹਾਰਾਜ ਜੀ ਕਹਿੰਦੇ ਪੈਂਦੇ ਖਾਨ ਅੱਜ ਤੋਂ ਤੂੰ ਵਰਜਿਸ਼ ਜਿਹੜੀ ਆ ਕਸਰਤ, ਉਹ ਡਟ ਕੇ ਕਰਨੀ ਆ, ਦੱਬ ਕੇ ਕਰਨੀ ਹੈ। ਦਿਨ ਮੈਂ ਦੋਏ ਸਮੇਂ ਦਿੜਤਾਈ, ਔਰ ਕਸਰਤ 2 ਵੇਲੇ ਕਰਨੀ ਆ। ਤੇਰਾ ਕੰਮ ਹੀ ਇਹ ਹੈ, ਖਾਣਾ ਤੇ ਫਿਰ ਕਸਰਤ ਕਰਨੀ। ਸਵੇਰੇ ਵੀ ਕਸਰਤ ਕਰਨੀ ਹੈ, ਸ਼ਾਮ ਨੂੰ ਵੀ ਚੰਗੀ ਕਸਰਤ ਕਰਨੀ ਹੈ। ਗੁਰੂ ਹੁਕਮ ਕੋ ਪਾਏ ਪਠਾਨ, ਪੈਂਦੇ ਖਾਨ ਨੇ ਜਦੋਂ ਗੁਰੂ ਹੁਕਮ ਸੁਣਿਆ, ਕਹਿਣ ਲੱਗਾ ਮਹਾਰਾਜ ਸਤ ਬਚਨ, ਕਸਰਤ ਕਰਦਾ ਹਾਂ ਅੱਗੇ ਥੋੜੀ ਕਰਦਾ, ਹੁਣ ਬਹੁਤੀ ਸ਼ੁਰੂ ਕਰ ਦੇਣਾ, 2 ਵੇਲੇ ਸ਼ੁਰੂ ਕਰ ਦੇਣਾ, ਜਿਵੇਂ ਆਪ ਜੀ ਦੀ ਆਗਿਆ ਹੋਵੇ। ਦਵੈ ਮਣ ਕੀ ਮੁੰਗਰੀ ਧਰ ਪਾਨ, ਹੁਣ ਮਹਾਰਾਜ ਜੀ ਨੇ ਹੁਕਮ ਕੀਤਾ ਤੇ ਇਹਦੀ ਕਸਰਤ ਵਾਸਤੇ ਜਿਹੜਾ ਰਾਜ ਸਾਜ ਚਾਹੀਦਾ, ਉਹਨਾਂ ਵੇਲਿਆਂ 'ਚ ਮੂੰਗਲੀਆਂ ਹੁੰਦੀਆਂ, ਉਹ ਮੂੰਗਲੀਆਂ ਫੇਰੀਆਂ ਜਾਂਦੀਆਂ, ਲੱਕੜ ਦੀਆਂ ਬਣਾਉਂਦੇ, ਉਹ 2-2 ਮਣ ਦੀਆਂ, 2-2 ਪੱਕੇ ਮਣ ਦੀਆਂ, ਯਾਨੀ ਕਿ 40 ਕਿਲੋ ਦਾ 40 ਸੇਰ ਦਾ ਮਣ ਹੁੰਦਾ। 2-2 ਮਣ ਦੀਆਂ ਜਿਹੜੀਆਂ ਮੂੰਗਲੀਆਂ ਸਨ, ਉਹ ਇਹਨੂੰ ਬਣਵਾ ਕੇ ਦਿੱਤੀਆਂ ਮਹਾਰਾਜ ਜੀ ਨੇ ਹੁਕਮ ਕਰਕੇ ਲੱਕੜ ਦੀਆਂ। ਪੈਂਦੇ ਖਾਂ ਨੇ ਉਹ ਫੇਰਨੀਆਂ 2-2 ਘੰਟੇ, 2.5 ਘੰਟੇ ਲਗਾਤਾਰ ਉਹ ਮੂੰਗਲੀਆਂ ਫੇਰੀ ਜਾਣੀਆਂ। 4 ਕਰੀ ਫੇਰੀ ਬਲ ਲਾਏ, ਕਹਿੰਦੇ 4-4 ਘੜੀਆਂ ਤਾਂ ਮੂੰਗਲੀਆਂ ਫੇਰਦਿਆਂ ਇਹਨੂੰ ਸਾਹ ਹੀ ਨਾ ਚੜ੍ਹਦਾ। 4 ਘੜੀਆਂ ਤਾਂ ਰੋਜ਼ ਸਵੇਰੇ, 4 ਘੜੀਆਂ ਸ਼ਾਮ ਨੂੰ, ਤਕਰੀਬਨ 1.5-2 ਘੰਟੇ ਲਗਾਤਾਰ ਇਹਨੇ ਮੂੰਗਲੀਆਂ ਫੇਰਨੀਆਂ। ਧਰ ਧਰਨੀ ਪਰ ਲੀਤੇ ਉਠਾਏ, ਉਹ ਮੂੰਗਲੀਆਂ ਥੱਲੇ ਧਰ ਦੇਣੀਆਂ, ਫਿਰ ਚੱਕ ਲੈਣੀਆਂ, ਫਿਰ ਫੇਰਨੀਆਂ, ਫਿਰ ਦੰਡ ਮਾਰਨੇ ਕਈ 800, 1000, 2-2000 ਇਹਨੇ ਦੰਡ ਮਾਰਨੇ। ਬਾਰ ਬਾਰ ਬੋ ਬਾਲੀ ਦਹਿ, ਤੇ ਜਿਹੜੀਆਂ ਮੂੰਗਲੀਆਂ ਹੋਣੀਆਂ ਧਰ ਕੇ ਜ਼ਮੀਨ ਤੇ ਫਿਰ ਚੁੱਕਣੀਆਂ, ਕਿਉਂਕਿ ਥੱਲਿਓਂ ਧਰ ਕੇ ਉੱਪਰ ਚੁੱਕਦਿਆਂ ਤਾਣ ਲੱਗਦਾ। ਤੋ ਕਹਿੰਦੇ ਬਾਰ-ਬਾਰ ਥੱਲੇ ਧਰਨੀਆਂ, ਫਿਰ ਚੁੱਕਣੀਆਂ, ਤੇ ਉਹਨਾਂ ਦੇ ਕਈ ਬਾਲੇ ਕੱਢ ਦੇਣੇ ਮੂੰਗਲੀਆਂ ਦੇ। 80-80 ਕਿਲੋ ਦੀ ਮੂੰਗਲੀ ਨੂੰ ਇਹਨੇ ਸਮਝਣਾ ਨਾ, 2 ਹੱਥਾਂ 'ਚ ਫੜੀ ਹੋਣੀ। ਸਿਰ ਪਰ ਆਨ ਪ੍ਰਮਾਵਨ ਕਹਿ, ਉਹਨੂੰ ਆਪਣੇ ਸਿਰ ਦੇ ਪਿਛਲੇ ਪਾਸਿਓਂ ਘੁਮਾਉਣਾ। ਜਿਵੇਂ ਪਹਿਲਵਾਨ ਮੂੰਗਲੀਆਂ ਫੇਰਦੇ ਆ, ਉਹ ਪਿਛਲੇ ਪਾਸਿਓਂ ਘੁਮਾ ਕੇ ਫਿਰ ਏਦਾਂ ਸਿੱਧੀ ਹੱਥ ਵਿੱਚ ਖੜੀ ਕਰ ਲੈਂਦੇ, ਫਿਰ ਦੂਜੇ ਹੱਥ ਨਾਲ ਫੇਰ ਕੇ ਫਿਰ ਏਦਾਂ ਖੱਬੀ, ਏਦਾਂ ਆਪਣੇ ਸਿਰ ਤੋਂ ਘੁਮਾ ਕੇ ਮੂੰਗਲੀਆਂ ਫੇਰਦਾ ਪੈਂਦੇ ਖਾਨ। ਕਿਤੇ ਉੱਤ ਫੇਰੇ ਊਚੇ ਅਰ ਨੀਚੇ, ਔਰ ਕਦੇ ਨੀਵੇਂ ਕਰਕੇ ਫੇਰਦਾ ਮੂੰਗਲੀਆਂ, ਕਦੇ ਆਪ ਥੱਲੇ
ਪੱਬ ਥੋੜੇ ਜਿਹੇ ਨੀਵੇਂ ਕਰਕੇ ਫੇਰਦਾ, ਕਹਿੰਦੇ ਕਦੇ ਉੱਚਾ ਹੋ ਕੇ ਫੇਰਦਾ। ਏਦਾਂ ਵੱਖੋ ਵੱਖਰੀਆਂ ਜਿਹੜੀਆਂ ਸਰੀਰ ਦੀਆਂ ਕਸਰਤਾਂ ਨੇ ਉਹ ਕਰਦਾ ਹੈ। ਕਰੇ ਉਚਾਰਨ ਗੈ ਅਦ ਬੀਚੇ, ਤੇ ਕਈ ਵਾਰੀ ਉਹ ਮੂੰਗਲੀਆਂ ਨਾ ਏਦਾਂ ਉਤਾਂਹ ਮਾਰਦਾ ਚੁੱਕ ਕੇ, ਤੇ ਉਤਾਂਹ ਮਾਰ ਕੇ ਚੁੱਕ ਕੇ ਤੇ ਉਹਨੂੰ ਵਿਚਕਾਰੋਂ ਫੜ ਲੈਂਦਾ ਬਲ, ਕਿਉਂਕਿ ਉਹ ਸਮਝਦਾ ਹੀ ਨਹੀਂ ਹੁਣ ਇਹਨਾਂ ਮੂੰਗਲੀਆਂ ਦਾ ਵਜਨ ਹੀ ਉਹਨੂੰ ਨਹੀਂ ਲੱਗਦਾ, ਇੰਨਾ ਜ਼ਿਆਦਾ ਬਲ ਆ ਗਿਆ ਬਾਹਾਂ ਵਿੱਚ। ਉਤਾਂਹ ਮਾਰਦਾ ਤੇ ਵਿਚਕਾਰੋਂ ਪਕੜ ਲੈਂਦਾ। ਵਧਿਓ ਓਜ ਮੁੰਗਰੀ ਪਰ ਭਾਰੂ, ਕਹਿੰਦੇ ਉਹਨਾਂ ਮੂੰਗਰੀਆਂ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਇਹਦੀਆਂ ਬਾਹਾਂ 'ਚ, ਕਿਉਂਕਿ ਜ਼ੋਰ ਕੀਤਿਆਂ ਜ਼ੋਰ ਆਉਂਦਾ ਨਾ ਸਰੀਰ 'ਚ, ਜ਼ੋਰ ਕਰੀਏ ਤੇ ਜ਼ੋਰ ਆਉਂਦਾ। ਜਿਹੜੇ ਤਨ ਦੇ ਹਿੱਸੇ ਦਾ ਜ਼ੋਰ ਤੁਸੀਂ ਜ਼ਿਆਦਾ ਵਰਤੋਗੇ ਜਿਸ ਨੂੰ, ਉਹਦੇ 'ਚ ਓਨਾ ਹੀ ਜ਼ਿਆਦਾ ਤਾਣ, ਓਨਾ ਹੀ ਜ਼ਿਆਦਾ ਜ਼ੋਰ ਆਵੇਗਾ। ਜ਼ੋਰ ਕੀਤਿਆਂ ਜ਼ੋਰ ਆਉਂਦਾ, ਤੋ ਇਹਨੇ ਜ਼ੋਰ ਕਰਨਾ ਪੂਰਾ। ਮੂੰਗਲੀਆਂ ਨੂੰ ਕਹਿੰਦੇ ਉਦਾਂ ਹੀ ਭਰਮਾਈ ਜਾਣਾ ਜਿਵੇਂ ਕੋਈ ਤੀਲਾ ਜਿਹਾ ਫੜਿਆ ਹੋਵੇ ਹੱਥ ਵਿੱਚ, 2-2 ਮਣ ਦੀ ਮੂੰਗਲੀ, ਉਹਨੂੰ ਸਮਝ ਹੀ ਨਾ ਕੁਝ ਪੈਂਦਾ, ਇੰਨਾ ਬਲਵਾਨ ਹੋ ਗਿਆ। ਇਤੇ ਉਤ ਭ੍ਰਮਤ ਸ਼ੀਗਰਤਾ ਧਾਰੂ, ਤੇ ਤੇਜ਼ੀ ਨਾਲ ਤੁਰਦਾ ਮੂੰਗਲੀਆਂ ਚੁੱਕ ਕੇ, ਕਦੇ ਸੱਜੇ ਤੋਂ ਖੱਬੇ, ਖੱਬੇ ਤੋਂ ਸੱਜੇ ਤੁਰਦਾ। ਪੁਨ ਗੁਰ ਘਟ ਸਿੱਖਤਾ ਪਰਵਾਏ, ਮਹਾਰਾਜ ਜੀ ਨੇ ਵੇਖਿਆ ਵੀ ਹੁਣ ਮੂੰਗਲੀਆਂ ਨੂੰ ਸਮਝਦਾ ਨਹੀਂ ਕੁਝ। ਪਾਤਸ਼ਾਹ ਨੇ ਹੁਕਮ ਕੀਤਾ ਵੀ ਏਦਾਂ ਕਰੋ ਵੀ ਰੇਤ ਦੇ ਘੜੇ ਭਰ ਕੇ ਤੇ ਉਹ ਇਹਦੇ ਡੋਲਿਆਂ ਨਾਲ ਬੰਨ੍ਹ ਦਿਓ। ਰੇਤ ਦੇ ਘੜੇ ਭਰਾ ਕੇ ਦੋਨਾਂ ਡੋਲਿਆਂ ਨਾਲ, ਮਹਾਰਾਜ ਕਹਿੰਦੇ ਹੁਣ ਚੱਕ ਵੀ ਪੈਂਦੇ ਆ। ਫਿਰ ਪਹਿਲਾਂ 5-7 ਦਿਨ ਤਾਂ ਤੰਗ ਹੋਇਆ, ਪਰ ਚੱਕ ਲਿਆ ਕਰੇ। ਪਰ ਮੁੜ ਕੇ ਉਹ ਜਿਹੜੇ ਰੇਤ ਦੇ ਘੜੇ ਉਹਨਾਂ ਨੂੰ ਵੀ ਨਾ ਸਮਝਿਆ ਕਰੇ ਕੁਝ। ਉਹ ਡੋਲੇ ਨਾਲ ਬੱਧੇ, ਦੋਹਾਂ ਡੋਲਿਆਂ ਨਾਲ ਇੱਕ ਇੱਕ ਘੜਾ ਬੱਧਾ ਹੋਣਾ ਰੇਤ ਦਾ, ਤੇ ਫਿਰ ਉਹਨੇ ਮੂੰਗਲੀਆਂ ਫੇਰਨੀਆਂ। ਪੈਂਦੇ ਖਾਂ ਕੇ ਦੰਡ ਬੰਧਾਏ, ਉਹ ਮਹਾਰਾਜ ਜੀ ਨੇ ਪੈਂਦੇ ਦੇ ਡੋਲਿਆਂ ਦੇ ਨਾਲ ਰੇਤ ਦੇ ਘੜੇ ਭਰ ਕੇ ਤੇ ਉਹ ਬਣਵਾ ਦੇਣੇ। ਬੌਰ ਪ੍ਰਮਾਵਤ ਮੁੰਗਰੀ ਭਾਰੀ, ਇਹਨੇ ਫਿਰ ਉਹ ਭਾਰੀਆਂ ਮੂੰਗਲੀਆਂ ਜਿਹੜੀਆਂ ਨੇ ਉਹ ਫੇਰਨੀਆਂ ਸਿਰ ਦੇ ਉੱਤੋਂ ਦੀ। ਕਰੇ ਸ਼ੀਗਰਤਾ ਤਿਮ ਕਰ ਧਾਰੀ, ਕਹਿੰਦੇ ਜਿਵੇਂ ਪਹਿਲਾਂ ਫੇਰਦਾ ਸੀ ਮੂੰਗਲੀਆਂ ਉਸੇ ਤਰ੍ਹਾਂ ਹੀ ਫੇਰਨ ਲੱਗ ਪਿਆ। ਘੜੇ ਬੰਨੇ ਨਾ ਬੰਨੇ ਇੱਕੋ ਜਿਹੇ ਹੋ ਗਏ ਇਹਦੇ ਵਾਸਤੇ। ਬਾਲੇ ਕਰੇ ਨਿਕਾਸਨ ਕਨੇ, ਉਸੇ ਤਰ੍ਹਾਂ ਘਣੇ ਬਾਲੇ ਉਹਨਾਂ ਮੂੰਗਲੀਆਂ ਦੇ ਕੱਢ ਦਿਆ ਕਰੇ। ਹੀਰ ਤੋਏ ਪ੍ਰਸੰਨ ਗੁਰ ਭਨੇ, ਮਹਾਰਾਜ ਜੀ ਬੜੇ ਖੁਸ਼ ਹੁੰਦੇ ਵੇਖ ਕੇ। ਕਹਿੰਦੇ ਏਦਾਂ ਕਰੋ ਵੀ ਇਹ ਰੇਤ ਭਾਰੀ ਕਰਨ ਲਈ ਵਿੱਚ ਪਾਣੀ ਪਾ ਦਿਓ, ਰੇਤ ਗਿੱਲੀ ਹੋ ਜੇ ਹੋਰ ਭਾਰੀ ਹੋ ਜਾਂਦੀ। ਉਹ ਹੋਰ ਭਾਰੇ ਕਰ ਦਿੱਤੇ, ਤੇ ਵੇਖ ਕੇ ਮਹਾਰਾਜ ਸੱਚੀ ਪਾਤਸ਼ਾਹ ਪ੍ਰਸੰਨ ਹੋ ਕੇ ਕਹਿੰਦੇ ਦਿਨ ਪ੍ਰਤ ਕਰੋ ਬੰਧਾਵਨ ਭਾਰ। ਮਹਾਰਾਜ ਜੀ ਕਹਿੰਦੇ ਜਿਹੜਾ ਭਾਰ ਬੰਨ੍ਹਦੇ ਹੋ ਇਹਦੇ ਡੋਲਿਆਂ ਨਾਲ, ਇਹ ਦਿਨ ਪ੍ਰਤੀ ਦਿਨ 5-7 ਦਿਨਾਂ ਬਾਅਦ ਵਧਾ ਦਿਆ ਕਰੋ। ਇੱਕੋ ਦਮ ਨਹੀਂ ਨਾ ਵੱਧਦਾ, ਥੋੜਾ ਥੋੜਾ ਕਰਕੇ ਵਧਾ ਦਿਆ ਕਰੋ। ਜਿਉਂ ਜਿਉਂ ਲੈ ਪੁੱਜ ਦੰਡ ਸਹਾਰ, ਜਿਵੇਂ ਜਿਵੇਂ ਇਹਦੀਆਂ ਬਾਹਾਂ ਸਹਾਰ ਲੈਣ। ਇਹ ਨਹੀਂ ਵੀ ਇੱਕੋ ਵੇਰੀ ਸਾਰਾ ਵਜਨ ਪਹਿਲੇ ਦਿਨ ਹੀ ਪਾ ਦੇਣਾ। ਜਿਵੇਂ ਜਿਵੇਂ ਸਹਾਰ ਲੈਣ, 2-2 4-4 ਸੇਰ ਕਰਕੇ ਵਧਾਉਂਦੇ ਚਲੇ ਜਾਓ, ਤਾਂ ਜੋ ਜਿਹੜੀਆਂ ਇਹਦੀਆਂ ਬਾਹਾਂ ਦੇ ਮਾਸ ਦੇ ਡੋਲੇ ਨੇ ਉਹਨਾਂ ਵਿੱਚ ਜਾਨ ਵੱਧਦੀ ਚਲੀ ਜਾਵੇ। ਬੰਦੇ ਬਾਹੂ ਕਲਸ ਲਟਕੰਤੇ, ਕਹਿੰਦੇ ਬਾਹਾਂ ਦੇ ਨਾਲ ਕਲਸ਼ ਬੰਨੇ ਹੋਏ, ਗਾਗਰਾਂ ਵੱਡੀਆਂ ਭਾਰੀਆਂ ਉਹ ਰੇਤ ਨਾਲ ਭਰ ਕੇ ਬੰਨਣੀਆਂ ਸ਼ੁਰੂ ਕਰ ਦਿੱਤੀਆਂ। ਗੁਰੂ ਵੀ ਮੁੰਗਰੀ ਬਹੁਤ ਪ੍ਰਮੰਤੇ, ਭਾਰੀਆਂ ਮੂੰਗਲੀਆਂ ਜਿਹੜੀਆਂ ਉਹ ਪਹਿਲੇ ਨਾਲੋਂ ਹੋਰ ਭਾਰੀਆਂ ਵਜਨ ਵਾਲੀਆਂ ਬਣਵਾ ਲਈਆਂ, ਉਹ ਵੀ ਫੇਰੀ ਜਾਵੇ। ਕੀਤਕ ਦਿਵਸ ਕਰਤੇ ਮਰਿਓ, ਏਦਾਂ ਕਈ ਦਿਨ ਇਸੇ ਤਰ੍ਹਾਂ ਕਸਰਤ ਕਰਦਾ ਰਿਹਾ ਪੈਂਦੇ ਖਾਨ। ਦੇਖ ਹਮੇ ਸ਼੍ਰੀ ਗੁਰ ਤਬ ਕਹਿਓ, ਤੇ 6ਵੇਂ ਪਾਤਸ਼ਾਹ ਜੀ ਵੇਖ ਕੇ ਏਦਾਂ ਬਚਨ ਕਰਦੇ। ਅਬ ਦਵੈ ਮਲ ਬਲੀ ਜੇ ਆਏ। ਇਹ ਸਾਰੀ ਕਸਰਤ ਕਿੱਥੇ ਹੁੰਦੀ? ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ। ਇਹ ਜਿਹੜਾ ਅਖਾੜਾ ਲੱਗਦਾ ਸੀ ਕਿੱਥੇ ਲੱਗਦਾ ਸੀ? ਇਹ ਅਖਾੜਾ ਲੱਗਦਾ ਸੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਜਿੱਥੇ ਅਸਥਾਨ ਹੈ ਨਾ, ਉਹ ਨਾਲ ਹੀ ਸਨਮੁਖ 6ਵੇਂ ਪਾਤਸ਼ਾਹ ਦਾ ਅਸਥਾਨ ਹੈ ਗੁਰਦੁਆਰਾ ਮੱਲ ਅਖਾੜਾ ਸਾਹਿਬ। ਉੱਥੇ ਹੁੰਦਾ ਸੀ ਅਖਾੜਾ ਮਹਾਰਾਜ 6ਵੇਂ ਪਾਤਸ਼ਾਹ ਦਾ। ਉੱਥੇ ਹੀ ਪੈਂਦੇ ਖਾਂ ਨੂੰ ਮਹਾਰਾਜ ਜੀ ਨੇ ਕਸਰਤ ਕਰਾਣੀ। ਆਪ ਵੀ ਸਤਿਗੁਰੂ ਜੀ ਉੱਥੇ ਹੀ ਕਸਰਤ ਕਰਦੇ। 6ਵੇਂ ਪਾਤਸ਼ਾਹ ਆਪ ਵੀ ਬਹੁਤ ਜ਼ਿਆਦਾ ਕਸਰਤ ਕਰਦੇ, ਸ਼ਸਤਰ ਵਿੱਦਿਆ ਦਾ ਅਭਿਆਸ ਕਰਿਆ ਕਰਦੇ। 6ਵੇਂ ਪਾਤਸ਼ਾਹ ਪੈਂਦੇ ਖਾਂ ਨਾਲੋਂ ਵੀ ਤਕਰੀਬਨ 1 ਹੱਥ ਉੱਚਾ ਕੱਦ ਸੀ ਸਤਿਗੁਰਾਂ ਦੇ ਸਰੀਰ ਦਾ। ਪੈਂਦੇ ਖਾਂ 7 ਫੁੱਟ ਦੇ ਨੇੜੇ, ਪਾਤਸ਼ਾਹ 7 ਫੁੱਟ ਤੋਂ 7.5 ਫੁੱਟ ਦੇ ਨੇੜੇ ਕੱਦ ਸੀ 6ਵੇਂ ਪਾਤਸ਼ਾਹ ਦਾ। ਤੋ ਗੁਰਦੇਵ ਦਾ ਸਰੀਰ ਵੀ ਬੜਾ ਬਲਵਾਨ ਸੀ। ਤੋ ਇਉਂ ਉੱਥੇ ਹੀ ਮਹਾਰਾਜ ਜੀ ਨੇ ਜਦੋਂ ਵੇਖਿਆ ਨਾ ਵੀ ਇਹ ਘੜਿਆਂ ਨੂੰ ਤਾਂ ਸਮਝਦਾ ਹੀ ਨਹੀਂ ਕੁਝ ਜਿਹੜੇ ਬੰਨੇ ਹੁੰਦੇ, ਮਹਾਰਾਜ ਜੀ ਦੇ ਜਿਹੜੇ ਉੱਥੇ ਮੱਲ ਹੁੰਦੇ ਪਹਿਲਵਾਨ ਘੁਲਣ ਵਾਲੇ, ਮਹਾਰਾਜ ਜੀ ਨੇ ਪਹਿਲਵਾਨਾਂ ਨੂੰ ਕਿਹਾ ਇਹਦੇ ਡੋਲਿਆਂ ਨਾਲ ਲਟਕਿਆ ਕਰੋ।
ਭਲਵਾਨਾਂ ਨੂੰ ਕਿਹਾ ਵੀ ਡੋਲਿਆਂ ਨਾਲ ਲਟਕ ਜਾ ਕਰੋ ਤੇ ਇਹਨੂੰ ਮੂੰਗਲੀਆਂ ਫੜਾਇਓ, ਜਦੋਂ ਫੜ ਲਿਆ ਕਰੇ ਮੂੰਗਲੀਆਂ ਫੇਰਨ ਨੂੰ ਤੁਸੀਂ ਡੋਲਿਆਂ ਨਾਲ ਲਟਕਿਆ ਕਰੋ, ਫੇਰੇ ਫੇਰਿਆ ਕਰੇ। ਇਹ ਵੀ ਚੋਜ ਮਹਾਰਾਜ 6ਵੇਂ ਪਾਤਸ਼ਾਹ ਨੇ ਕਰਾਉਣੇ। ਦੋਨੋਂ ਪੁਜ ਦੰਡਨ ਕੋ ਗਹੇ, ਕਹਿੰਦੇ ਦੋ ਮੱਲਾਂ ਨੇ ਪੈਂਦੇ ਖਾਂ ਦੇ ਜਿਹੜੇ ਡੋਲੇ ਹੋਣੇ ਉਹਨਾਂ ਨੂੰ ਫੜ ਲੈਣਾ ਕੁੱਟ ਕੇ ਤੇ ਨਾਲ ਲਟਕ ਜਾਣਾ। ਆਗੇ ਅਮਾਨ ਕਰਨ ਲਗ ਸੋਈ, ਮਹਾਰਾਜ ਜੀ ਦਾ ਜਿਵੇਂ ਹੁਕਮ ਸੀ, ਸਾਹਿਬ ਦੀ ਜਿਵੇਂ ਆਗਿਆ ਸੀ, ਉਸੇ ਤਰ੍ਹਾਂ ਹੀ ਉਹ ਮੱਲ ਕਰਨ ਲੱਗੇ। ਮੱਲ ਗਹੋਂ ਪੁਜ ਲਟਕੇ ਦੋਈ, ਕਹਿੰਦੇ ਦੋਹਾਂ ਪਾਸਿਓਂ ਪੈਂਦੇ ਦੀਆਂ ਬਾਹਾਂ ਡੋਲੇ ਫੜਨੇ, ਉਹਨਾਂ ਡੋਲਿਆਂ ਨਾਲ ਪੈਂਦੇ ਦੇ ਭਲਵਾਨਾਂ ਨੇ ਲਟਕ ਜਾਣਾ। ਤੋ ਮੂੰਗਰੀ ਤਥਾ ਪਰਮਾਵੇਂ, ਪੈਂਦੇ ਨੂੰ ਪਰਵਾਹ ਹੀ ਨਾ ਹੋਣੀ ਉਹਨਾਂ ਦੇ ਲਟਕਣ ਦੀ ਵੀ। ਉਹ ਏਦਾਂ ਹੀ ਲਿਆ ਫਿਰੇ ਜਿਵੇਂ ਦੋ ਜਵਾਕ ਚੁੱਕੇ ਹੁੰਦੇ ਸੱਜੇ ਖੱਬੇ ਘੁਮਾਈ ਫਿਰੇ, ਏਦਾਂ ਉਹਨਾਂ ਨੂੰ ਘੁਮਾਈ ਫਿਰੇ, ਉਹਨਾਂ ਨੂੰ ਸਮਝੇ ਨਾ ਕੁਝ ਤੇ ਮੂੰਗਲੀਆਂ ਫੇਰ ਉਸੇ ਤਰ੍ਹਾਂ ਫੇਰੀ ਜਾਵੇ। ਕਰੇ ਸ਼ੀਗਰਤਾ ਬਲ ਅਜ਼ਮਾਵੇਂ, ਔਰ ਬਲ ਅਜਮਾਉਂਦੇ ਔਰ ਸ਼ੀਗਰਤਾਈ ਦੇ ਨਾਲ ਬੜੀ ਕਾਲੀ ਦੇ ਨਾਲ ਮੂੰਗਲੀਆਂ ਫੇਰਦਾ। ਹੀਰ ਹੀਰ ਬਿਸਮੇ ਨਰ ਸਾਰੇ, ਜਿੰਨੇ ਉੱਥੇ ਲੋਕ ਵੇਖਦੇ ਆ ਪੈਂਦੇ ਨੂੰ ਕਸਰਤ ਕਰਦੇ ਆ, ਸਭ ਵੇਖ ਵੇਖ ਕੇ ਹੈਰਾਨ ਹੋ ਜਾਂਦੇ। ਕਹਿੰਦੇ ਕਮਾਲ ਹੈ, ਇਹ ਹਾਥੀ ਹੈ ਤੁਰਿਆ ਫਿਰਦਾ। ਕਹਿੰਦੇ ਇੰਨੀ ਜਾਨ ਹੈ ਇਹਦੀਆਂ ਬਾਹਾਂ ਵਿੱਚ, ਇੰਨਾ ਬਲ ਹੈ ਵੀ ਦੋ ਭਲਵਾਨ ਲਟਕਦੇ ਆ ਨਾਲ, ਉਹਨਾਂ ਨੂੰ ਵੀ ਨਹੀਂ ਸਮਝਦਾ ਕੁਝ। ਕਹਿੰਦੇ ਲੋਕ ਵੇਖ ਕੇ ਹੈਰਾਨ ਹੁੰਦੇ ਆ ਵੀ ਇਹ ਬੰਦਾ ਹੈ ਕਿ ਕੋਈ ਦਿਓ ਹੈ। ਇੰਨੀ ਕੱਦ ਕਾਠੀ, ਸਰੀਰ ਬੜਾ ਬਲਵਾਨ, ਕਸਰਤ ਵੀ ਕਰਦਾ ਤੇ ਖੁਰਾਕ ਵੀ 6ਵੇਂ ਪਾਤਸ਼ਾਹ ਨੇ ਕਸਰ ਨਹੀਂ ਰੱਖੀ ਕੋਈ। 2 ਮਹੀਆਂ ਤੋਂ 4-4 ਮਹੀਆਂ ਦਾ ਦੁੱਧ ਕਾੜ ਕੇ ਇਹਨੂੰ ਪਿਉਣਾ, ਕਈ ਤਰ੍ਹਾਂ ਦੇ ਮੇਵੇ ਪਾ ਕੇ ਇਹਨੂੰ ਵਿੱਚ ਛਕਾਉਣੇ। ਤੋ ਇਸ ਤਰ੍ਹਾਂ ਇਹਦਾ ਸਰੀਰ ਦਿਨ ਪ੍ਰਤੀ ਦਿਨ ਬਲਵਾਨ ਹੁੰਦਾ ਜਾ ਰਿਹਾ ਹੈ। ਇਸਕੇ ਸਮ ਔਰ ਨਾ ਬਲ ਭਾਰੇ, ਇਹਦੇ ਇੰਨਾ ਬਲ ਹੈ ਇਹਦੀਆਂ ਬਾਹਾਂ ਵਿੱਚ, ਨਜ਼ਰ ਨਹੀਂ ਆਉਂਦਾ ਕਿਸੇ ਹੋਰ ਵਿੱਚ ਇੰਨਾ ਬਲ ਹੋਵੇ, ਇੰਨਾ ਤਾਣ ਹੋਵੇ। ਦੋਨੋਂ ਕਾਲ ਦੰਡ ਕੋ ਪੇਲੇ, ਇਹ ਤਾਂ ਦੋਵੇਂ ਵੇਲੇ, ਇਹ ਤਾਂ ਸੀ ਮੂੰਗਲੀਆਂ ਫੇਰਨੀਆਂ, ਫਿਰ ਇਹਨੇ ਦੰਡ ਪੇਲਣੇ। ਦੰਡ ਜ਼ਮੀਨ ਤੇ ਭੁੰਜਿਆਂ ਪੈ ਕੇ, ਸਨਮੁਖ ਮੂਧੇ ਪੈ ਕੇ ਉਹ ਦੰਡ ਫੇਰਨੇ, ਬੈਠਕਾਂ ਮਾਰਨੀਆਂ। ਜਦੋਂ ਬੈਠਕਾਂ ਮਾਰਨੀਆਂ ਉਹਦੀ ਗਿਣਤੀ ਨਾ ਹੋਣੀ ਵੀ ਕਿੰਨੀਆਂ ਕਿੰਨੀਆਂ ਬੈਠਕਾਂ ਮਾਰ ਦੇਣੀਆਂ। 500-700 1000 ਬੈਠਕ ਤੱਕ ਤਾਂ ਕਿਸੇ ਨੇ ਗਿਣਨਾ, ਮੁੜ ਕੇ ਅੱਗੇ ਗਿਣੇ ਕੌਣ। ਇੰਨੀ ਦਾ ਬੈਠਕ ਮਾਰ ਜਿਆ ਕਰੇ, 2-2 ਹਜ਼ਾਰ, 25-2500, ਫਿਰ ਇਹਨੇ ਦੰਡ ਮਾਰਨੇ ਤੇ 2-200। ਕਹਿੰਦੇ ਇਸ ਤਰ੍ਹਾਂ ਉਹ ਦੰਡ ਵੀ 1000 ਦੰਡ ਜਿਹੜੇ ਇਹਨੇ ਪੇਲਣੇ, ਕਦੇ ਸਵੇਰੇ ਸ਼ਾਮ ਦੋਵੇਂ ਵੇਲੇ। ਇੰਨੀ ਕਸਰਤ ਕਰਿਆ ਕਰੇ ਪੈਂਦਾ। ਸਭ ਤਨ ਭਾਰ ਹੱਥ ਪਰ ਮੇਲੇ, ਫੇਰ ਕੀ ਕਰਨਾ ਇਹਨੇ ਕਿ ਆਪਣੇ ਹੱਥਾਂ ਦੇ ਵਜਨ ਦੇ ਉੱਤੇ ਪੁੱਠਾ ਖਲੋ ਜਾਣਾ, ਲੱਤਾਂ ਉੱਪਰ ਨੂੰ ਕਰ ਲੈਣੀਆਂ ਤੇ ਸਾਰਾ ਵਜਨ ਆਪਣੇ ਹੱਥਾਂ ਤੇ ਲੈ ਕੇ ਫਿਰ ਉਹਦੇ ਨਾਲ ਥੱਲੇ ਨੂੰ ਝੁਕ ਕੇ ਫਿਰ ਉਹ ਦੰਡ ਮਾਰਨੇ ਸਰੀਰ ਦੇ ਵਜਨ ਦੇ ਨਾਲ, ਪੁੱਠਾ ਹੋ ਕੇ ਹੱਥਾਂ ਦੇ ਸਿਰ, ਹੱਥਾਂ ਦੇ ਬਲ, ਜਿਵੇਂ ਪੈਰਾਂ ਤੇ ਖਲੋਈਦਾ ਇਹਦਾ ਹੱਥਾਂ ਦੇ ਖਲੋ ਜਾਣਾ ਇਹਨੇ, ਲੱਤਾਂ ਤਾਂ ਨੂੰ ਕਰ ਲੈਣੀਆਂ ਤੇ ਹੱਥਾਂ ਦੇ ਨਾਲ। ਬਹੁਤ ਔਖਾ ਹੁੰਦਾ ਉਹ ਦੰਡ। ਆਮ ਕਰਕੇ ਕਈ ਜਿਹੜੇ ਭਲਵਾਨੀ ਕਰਦੇ ਆ ਜਾਂ ਜਿਹੜੇ ਸਰੀਰ ਸੰਭਾਲਦੇ ਆ, ਸੰਭਾਲਣੇ ਚਾਹੀਦੇ ਆ ਨੌਜਵਾਨਾਂ ਨੂੰ, ਤਾਂ ਜੋ ਨਸ਼ਿਆਂ ਤੋਂ, ਭੈੜੀਆਂ ਆਦਤਾਂ ਤੋਂ ਬਚੇ ਰਹਿਣ। ਜੇ ਇਸ ਪਾਸੇ ਲੱਗ ਜਾਣ, ਕਸਰਤ ਵਾਲੇ ਪਾਸੇ, ਵਰਜਿਸ਼ ਵਾਲੇ ਪਾਸੇ, ਸਰੀਰ ਨੂੰ ਸਾਂਭਣ ਵਾਲੇ ਪਾਸੇ, ਕਈ ਤਰ੍ਹਾਂ ਦੀਆਂ ਭੈੜੀਆਂ ਆਦਤਾਂ, ਮਾੜੀਆਂ ਬਾਦੀਆਂ ਤੋਂ ਨੌਜਵਾਨ ਬਚੇ ਰਹਿੰਦੇ ਆ। ਤੋ ਕਹਿੰਦੇ ਫਿਰ ਬਾਹਾਂ ਦੇ ਉੱਤੇ ਇਹਨੇ ਖਲੋ ਜਾਣਾ, ਉਹਦੇ ਤੇ ਫਿਰ ਦੰਡ ਮਾਰਨੇ, ਕਿੰਨਾ ਚਿਰ ਉੱਤੇ ਹੀ ਖਲੋਤੇ ਰਹਿਣਾ ਬਾਹਾਂ ਦੇ ਆਸਰੇ। ਇੱਕ ਇੱਕ ਕਰ ਪਰ ਥਿਰ ਹੋਏ ਜਾਏ, ਪਹਿਲਾਂ ਤਾਂ 2 ਹੱਥਾਂ ਤੇ ਖਲੋਣਾ, ਫਿਰ ਹੌਲੇ ਹੌਲੇ ਕਰਕੇ ਇੱਕ ਹੱਥ ਤੇ ਖਲੋਣਾ ਸ਼ੁਰੂ ਕਰਤਾ। ਇੱਕ ਹੱਥ ਤੇ ਸਾਰੇ ਸਰੀਰ ਦਾ ਵਜਨ ਜਿਹੜਾ ਸੀ ਉਹ ਇਕੱਠਾ ਕਰਕੇ ਖਲੋ ਜਾਣਾ। ਦਿਨ ਪ੍ਰਤ ਵਧਿਓ ਓਜ ਅਧਿਕਾਏ, ਏਦਾਂ ਦਿਨ ਪ੍ਰਤੀ ਦਿਨ ਇਹਦੀਆਂ ਬਾਹਾਂ ਦਾ ਬਲ ਵੱਧਦਾ ਜਾ ਰਿਹਾ ਹੈ। ਸਿਪਰਨ ਕੋ ਕਰ ਗਹਿ ਚਿਰਾਏ, ਹੁਣ ਕਹਿੰਦੇ ਬਾਹਾਂ ਵਿੱਚ ਬਲ ਇੰਨਾ ਵੱਧ ਗਿਆ, ਲੋਹੇ ਦੀ ਢਾਲ ਇਹਨੂੰ ਫੜਾਣੀ, ਲੋਹੇ ਦੀ ਢਾਲ ਉਹ ਫੜਾਣੀ, ਇਹਨੇ ਹੱਥਾਂ ਵਿੱਚ ਲੈਣੀ ਤੇ ਜ਼ੋਰ ਲਾ ਕੇ ਲੋਹੇ ਦੀ ਢਾਲ ਨੂੰ ਵਿਚਕਾਰੋਂ ਜਿਵੇਂ ਕਾਗਜ਼ ਪਾੜੀਦਾ ਏਦਾਂ ਪਾੜ ਦੇਣੀ। ਇੰਨਾ ਬਲ ਬਾਹਾਂ 'ਚ ਆ ਗਿਆ ਇਹਦੇ, ਕਸਰਤ ਕਰਦਿਆਂ ਬਾਹਾਂ ਵਿੱਚ ਇੰਨਾ ਤਾਣ ਆ ਗਿਆ। 6ਵੇਂ ਪਾਤਸ਼ਾਹ ਪਾਲ ਰਹੇ ਆਪ ਆਪਣੇ ਹੱਥੀਂ, ਕਿਉਂਕਿ ਗੁਰਦੇਵ ਨਾਲ ਲੜਨਾ ਵੀ ਹੈ ਨਾ ਇਹਨੇ, ਤੇ ਜਿਹਨੇ ਸਾਹਿਬ ਨਾਲ ਲੜਨਾ ਉਹ ਵੀ ਅੱਗੋਂ ਬਲਵਾਨ ਹੋਣਾ ਚਾਹੀਦਾ। ਤੋ 6ਵੇਂ ਪਾਤਸ਼ਾਹ ਨੇ ਪਾਲਿਆ ਦਾ ਪੁੱਤਰਾਂ ਵਾਂਗੂ ਰੀਝਾਂ ਨਾਲ
ਬੜਾ ਲਾਡ ਕਰਕੇ ਪਾਲਿਆ ਪਾਤਸ਼ਾਹ ਨੇ। ਚੰਗੀ ਖੁਰਾਕ ਖਵਾ ਕੇ, ਕੋਈ ਚੰਗੀ ਵਸਤੂ ਆਉਣੀ ਪੈਂਦੇ ਨੂੰ ਦੇ, ਪੈਂਦੇ ਨੂੰ ਦੇ ਦਿਓ, ਕੋਈ ਘੋੜਾ ਆਉਣਾ ਵਧੀਆ ਪੈਂਦੇ ਨੂੰ ਦੇ ਦਿਓ। ਇੰਨਾ ਲਾਡ ਕੀਤਾ ਸਤਿਗੁਰਾਂ ਨੇ ਇਹਦੇ ਨਾਲ, ਪਰ ਮੁੜ ਕੇ ਸਤਿਗੁਰਾਂ ਦਾ ਹੀ ਵਿਰੋਧੀ ਬਣ ਕੇ ਆਇਆ। ਪਰ ਫਿਰ ਵੀ ਪੈਂਦਾ ਮੁਕਤ ਹੋਇਆ। ਅੱਗੇ ਉਹ ਕਥਾ ਆਵੇਗੀ ਬੜੇ ਕਮਾਲ ਦੀ। ਜਦੋਂ ਮਹਾਰਾਜ ਛੇਵੇਂ ਪਾਤਸ਼ਾਹ ਇਹਦੇ ਨਾਲ ਲੜੇ ਆ ਨਾ, ਇਹ ਪੈਂਦਾ ਲੜਿਆ ਸਤਿਗੁਰਾਂ ਦੇ ਨਾਲ ਆ ਕੇ ਕਰਤਾਰਪੁਰ ਸਾਹਿਬ, ਤੇ ਗੁਰਦੇਵ ਨੇ ਤਲਵਾਰ ਕੱਢੀ ਹੱਥ ਵਿੱਚ। ਪਾਤਸ਼ਾਹ ਕਹਿੰਦੇ ਲੈ ਪੈਂਦਿਆ ਪੜ ਲੈ ਕਲਮੀ ਮਿਸ਼ਰੀ ਕਲਮਾ। ਤੇ ਪੈਂਦੇ ਨੂੰ ਸੋਝੀ ਆ ਗਈ ਸੀ ਵੀ ਬਸ ਹੁਣ ਮੇਰੇ ਮੁਕਤੀ ਦਾਤੇ ਮੈਨੂੰ ਮੁਕਤ ਕਰਨਗੇ। ਕਹਿਣ ਲੱਗਾ ਮਹਾਰਾਜ ਤੁਹਾਡੀ ਤਲਵਾਰ ਹੀ ਮੇਰੇ ਵਾਸਤੇ ਮਿਸ਼ਰੀ ਕਲਮਾ ਨੇ, ਹੁਣ ਮੈਂ ਮੁਕਤ ਹੋ ਜਾਵਾਂਗਾ। ਉਹ ਛੇਵੇਂ ਪਾਤਸ਼ਾਹ ਜੀ ਦੀ ਬਖਸ਼ਿਸ਼ ਹੀ ਵਰਤ ਰਹੀ ਹੈ ਇਹਦੇ ਤੇ। ਕਹਿੰਦੇ ਬਾਹਾਂ ਵਿੱਚ ਇੰਨਾ ਬਲ, ਇੱਕ ਹੱਥ ਤੇ ਖਲੋ ਜਾ ਕਰੇ। ਫਿਰ ਢਾਲ ਲੈਣੀ ਲੋਹੇ ਦੀ, ਬੜੀ ਮਜ਼ਬੂਤ ਢਾਲ ਹੁੰਦੀ ਲੋਹੇ ਦੀ, ਜਿਹੜੀ ਤਲਵਾਰ ਨੂੰ ਵੀ ਰੋਕ ਲੇ। ਤਲਵਾਰ ਨਹੀਂ ਵੱਢ ਸਕਦੀ ਲੋਹੇ ਦੀ ਢਾਲ ਨੂੰ। ਉਹ ਇਹਨੇ ਫੜਨੀ ਤੇ ਜਿਵੇਂ ਕਾਗਜ਼ ਪਾੜੀ ਦਾ ਏਦਾਂ ਢਾਲ ਪਾੜ ਦੇਣੀ। ਇੰਨਾ ਬਲ ਇਹਦੀਆਂ ਬਾਹਾਂ ਵਿੱਚ। ਸ਼੍ਰੀ ਪਲ ਫੋਰੇ ਦੰਡ ਦਬਾਏ। ਫਿਰ ਨਾਰੀਅਲ ਮੰਗਾ ਲੈਣਾ। ਨਾਰੀਅਲ ਤੋੜਨਾ ਬਹੁਤ ਔਖਾ। ਇਹਨੇ ਆਪਣੇ ਡੋਲੇ ਦੇ ਵਿੱਚ ਇੱਥੇ ਖੁੱਚ ਜੀ ਦੇ ਵਿੱਚ ਲਿਆਉਣਾ, ਏਦਾਂ ਕਰਕੇ ਬਾਂਹ ਕਰਨੀ ਤੇ ਨਾਰੀਅਲ ਤੋੜ ਕੇ ਵਿੱਚੋਂ ਪਾਣੀ ਕੱਢ ਦੇਣਾ ਨਾਰੀਅਲ ਦਾ। ਹਾਂਜੀ। ਗਹੇ ਰਜਤ ਪਣ ਚੁਟਕੀ ਮਾਏ। ਫਿਰ ਕਈ ਵਾਰੀ ਨਾਰੀਅਲ ਏਦਾਂ ਹੱਥ ਵਿੱਚ ਪੜਨਾ, ਏਦਾਂ ਕਰਨਾ ਤੇ ਨਾਰੀਅਲ ਘੁੱਟ ਕੇ ਨਾਰੀਅਲ ਹੀ ਤੋੜ ਦੇਣਾ ਸਮੇਤ ਛਿਲਕੇ ਦੇ। ਇਹ ਨਹੀਂ ਵੀ ਵਿੱਚੋਂ ਕੱਲਾ ਖੋਪਾ ਕੱਢ ਕੇ, ਛਿਲਕੇ ਦੇ ਸਮੇਤ ਨਾਰੀਅਲ ਹੱਥ 'ਚ ਫੜਨਾ, ਘੁੱਟਣਾ ਤੇ ਉਹਨੂੰ ਫੇਹ ਦੇਣਾ। ਫਿਰ ਰੁਪਈਆ ਫੜਨਾ ਹੱਥ ਵਿੱਚ। ਰੁਪਈਏ ਦੇ ਉੱਤੇ ਜਿਹੜੇ ਅੱਖਰ ਲਿਖੇ ਹੁੰਦੇ ਆ ਮੋਹਰ, ਉਹ ਇਹਨੇ ਉਂਗਲ ਦੇ ਨਾਲ ਅੰਗੂਠੇ ਦੇ ਨਾਲ ਏਦਾਂ ਕਰਕੇ ਜ਼ੋਰ ਦੇ ਨਾਲ ਦੱਬਣਾ ਤੇ ਉੱਤੇ ਜਿਹੜੇ ਅੱਖਰ ਲਿਖੇ ਹੁੰਦੇ ਸੀ ਉਹ ਮਿਟਾ ਦੇਣੇ। ਕਿੰਨਾ ਬਲ, ਚੁਟਕੀ 'ਚ ਕਿੰਨਾ ਬਲ ਹੋਵੇਗਾ ਅੰਗੂਠੇ ਦੇ ਨਾਲ। ਉਹ ਜਿਹੜਾ ਰੁਪਈਆ ਹੋਣਾ ਉਹਦੇ ਤੇ ਜਿਹੜੇ ਅੱਖਰ ਲਿਖੇ ਹੁੰਦੇ ਹਰਫ, ਉਹ ਆਪਣੇ ਅੰਗੂਠੇ ਨਾਲ ਏਦਾਂ ਦੱਬ ਕੇ ਮਿਟਾ ਦਿੰਦਾ ਸੀ। ਹਰਫ ਮਿਟਾਵਤ ਮਲ ਕਰ ਤਾਏ। ਉਹ ਮਲ ਕੇ ਹੀ ਨਾ ਏਦਾਂ ਅੰਗੂਠੇ ਦੇ ਨਾਲ ਚੁਟਕੀ 'ਚ ਲੈਣਾ ਰੁਪਈਆ, ਏਦਾਂ ਕਰਕੇ ਕੁੱਟਣਾ, ਉਹ ਜਿੰਨੇ ਹਰਫ ਸੀ ਮਿਟਾ ਦੇਣੇ। ਇਤਿਆਦਿਕ ਨਿਤ ਅਚਰਜ ਕਰੇ। ਏਦਾਂ ਦੇ ਰੋਜ਼ ਹੀ ਕੋਈ ਨਾ ਕੋਈ ਅਚਰਜ ਹੀ ਕੰਮ ਕਰਿਆ ਕਰੇ ਪੈਂਦਾ। ਰੋਜ਼ ਹੀ ਕਦੇ ਨਾ ਕਦੇ ਢਾਲ ਪਾੜ ਦਿਆ ਕਰੇ, ਕਦੇ ਹਰਫ ਮਿਟਾ ਦਿਆ ਕਰੇ। ਜਿਹੜੇ ਉਹ ਨਾਰੀਅਲ ਵੀ ਤੋੜਿਆ ਕਰੇ ਉਹ ਕਈ ਤਰ੍ਹਾਂ ਦੇ, ਕਦੇ ਡੋਲੇ 'ਚ ਫਸਾ ਕੇ, ਕਦੇ ਹੱਥ 'ਚ ਫੜ ਕੇ, ਕਦੇ ਗਰਦਨ ਦੇ ਨਾਲ ਹੀ ਏਦਾਂ ਟੇਢਾ ਜਿਹਾ ਕਰਕੇ ਨਾਰੀਅਲ ਤੋੜ ਦਿਆ ਕਰੇ। ਏਦਾਂ ਰੋਜ਼ ਹੀ ਕੋਈ ਨਾ ਕੋਈ ਅਚਰਜ ਹੀ ਕੰਮ ਕਰਿਆ ਕਰੇ ਪੈਂਦਾ। ਗੁਰ ਪ੍ਰਸੰਤਾ ਤਿਉ ਤਿਉ ਤਰੇ। ਜਿਵੇਂ ਜਿਵੇਂ ਕੋਈ ਇਹ ਵਧੀਆ ਵਧੀਆ ਅਨੋਖੇ ਕੰਮ ਕਰਦਾ, ਛੇਵੇਂ ਪਾਤਸ਼ਾਹ ਵੇਖ ਕੇ ਬੜੇ ਪ੍ਰਸੰਨ ਹੁੰਦੇ। ਕਹਿੰਦੇ ਪੈਂਦੇ ਨੂੰ ਨਾਮ ਦਿਓ ਬਈ, ਖਜ਼ਾਨੇ 'ਚੋਂ ਮਹਾਰਾਜ ਮਾਇਆ ਮੰਗਾ ਕੇ ਫਿਰ ਪੈਂਦੇ ਖਾਂ ਨੂੰ ਇਨਾਮ ਵੀ ਬਖਸ਼ ਦੇ। ਬਹੁਮੋਲੀ ਵਸਤੂ ਬਖਸ਼ੰਤੇ। ਬਹੁਮੁੱਲੀਆਂ ਵਸਤੂਆਂ, ਬੜੀਆਂ ਕੀਮਤੀ ਕੀਮਤੀ ਵਸਤੂਆਂ ਮਹਾਰਾਜ ਜੀ ਨੇ ਖਜ਼ਾਨੇ 'ਚ ਮੰਗਾਉਣੀਆਂ ਤੇ ਪੈਂਦੇ ਖਾਂ ਨੂੰ ਬਖਸ਼ਣੀਆਂ। ਧਨ ਗਨ ਦੇ ਲੀਤ ਹਰਖੰਤੇ। ਮਾਇਆ ਦੇ ਗੱਫੇ ਖੁੱਲੇ ਦੇਣੇ ਪੈਂਦੇ ਨੂੰ, ਪੈਂਦਾ ਬੜਾ ਖੁਸ਼ ਹੋਣਾ। ਤੇ ਜਿਵੇਂ ਜਿਵੇਂ ਮਹਾਰਾਜ ਜੀ ਕੋਲੋਂ ਮਾਇਆ ਮਿਲਣੀ, ਇਨਾਮ ਮਿਲਣਾ, ਅਗਲੇ ਦਿਨ ਦੁੱਗਣੀ ਮਿਹਨਤ ਕਰਨੀ ਪੈਂਦੇ ਨੇ। ਅਗਲੇ ਦਿਨ ਹੋਰ ਜ਼ਿਆਦਾ ਕੋਈ ਨਾ ਕੋਈ ਕੌਤਕ ਕਰਕੇ ਵਿਖਾਉਣਾ। ਇਸ ਕੀ ਕਥਾ ਕਹੇਂਗੇ ਫੇਰ। ਭਾਈ ਸਾਹਿਬ ਕਹਿੰਦੇ ਪੈਂਦੇ ਦੀ ਹੋਰ ਕਥਾ ਅੱਗੇ ਕਵਾਂਗੇ ਸਾਰੀ। ਅੱਗੇ ਨਾਲ ਨਾਲ ਜਿਵੇਂ ਜਿਵੇਂ ਪ੍ਰਸੰਗ ਚੱਲਣਗੇ, ਜਿੱਥੇ ਜਿੱਥੇ ਆਵੇਗੀ ਉੱਥੇ ਉੱਥੇ ਪੈਂਦੇ ਦਾ ਜਿਹੜਾ ਪ੍ਰਸੰਗ ਹੈ ਉਹ ਤੁਹਾਨੂੰ ਕਹਿ ਕੇ ਸੁਣਾਵਾਂਗੇ। ਸੁਨੋ ਅਬੇ ਗੁਰ ਸਿੱਖਨ ਕੇਰ। ਹੁਣ ਤੁਸੀਂ ਗੁਰਸਿੱਖਾਂ ਦੀ ਕਥਾ ਸੁਣੋ, ਗੁਰਸਿੱਖਾਂ ਦੇ ਪ੍ਰਸੰਗ ਸੁਣੋ। ਇਹ ਉਹ ਪ੍ਰਸੰਗ ਨੇ ਜਿਨ੍ਹਾਂ ਪ੍ਰਸੰਗਾਂ ਨੂੰ ਕਿਹਾ ਜਾਂਦਾ ਸਿੱਖਾਂ ਦੀ ਭਗਤ ਮਾਲਾ। ਇਹ ਕਥਾ ਹਰ ਇੱਕ ਗੁਰਸਿੱਖ ਨੂੰ ਸੁਣਨੀ ਚਾਹੀਦੀ ਆ, ਪੜ੍ਹਨੀ ਚਾਹੀਦੀ ਹੈ। ਸਿੱਖਾਂ ਦੀ ਭਗਤ ਮਾਲਾ ਇੱਕ ਪੋਥੀ ਆ ਜੋ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਲਿਖੀ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ 11ਵੀਂ ਵਾਰ ਦਾ ਟੀਕਾ, ਪਹਿਲੇ ਪਾਤਸ਼ਾਹ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ ਕੁਝ ਚੁਣਿੰਦਾ ਸਿੱਖ ਜਿਹੜੇ ਜਿਹੜੇ ਭਾਈ ਗੁਰਦਾਸ ਜੀ ਦੀ ਨਿਗਾਹ 'ਚ ਆਏ ਉਹਨਾਂ ਦਾ ਨਾਂ ਉਹਨਾਂ ਨੇ ਲਿਖਿਆ। ਭਾਈ ਮਨੀ ਸਿੰਘ ਸਾਹਿਬ ਨੇ ਫਿਰ ਉਹਦਾ ਟੀਕਾ ਕੀਤਾ ਕਿ ਗੁਰੂ ਸਾਹਿਬ ਨੇ ਉਹਨਾਂ ਸਿੱਖਾਂ ਨੂੰ ਕੀ ਉਪਦੇਸ਼ ਦਿੱਤਾ। ਪਿੱਛੇ ਜਿਹੜੀਆਂ 5 ਪਾਤਸ਼ਾਹੀਆਂ ਦੀ ਕਥਾ ਆਪਾਂ ਸੁਣੀ ਹੈ ਉਹਦੇ ਵਿੱਚ ਵੀ ਉਹ ਪ੍ਰਸੰਗ ਸਿੱਖਾਂ ਦੀ ਭਗਤ ਮਾਲਾ ਦੇ ਆਏ ਨੇ।
ਹੁਣ 6ਵੇਂ ਪਾਤਸ਼ਾਹ ਦੇ ਇਤਿਹਾਸ ਦੀ ਕਥਾ ਵਿੱਚ ਉਹ ਸਿੱਖਾਂ ਦੇ ਪ੍ਰਸੰਗ ਅੱਗੇ ਸਿੱਖ ਪੁੱਛਦੇ ਆ ਜਗਿਆਸਾ ਨਾਲ, ਸਵਾਲ ਕਰਦੇ, ਮਹਾਰਾਜ ਜੀ ਜਵਾਬ ਦਿੰਦੇ, ਉਹਨਾਂ ਨੂੰ ਉਪਦੇਸ਼ ਦਿੰਦੇ। ਔਰ ਇੱਕ ਇੱਕ ਬਚਨ ਬੜੇ ਕਮਾਲ ਦਾ ਬਚਨ ਹੈ, ਸਾਡੇ ਸੁਣਨ ਵਾਲਾ, ਮੰਨਣ ਵਾਲਾ, ਸਾਡੇ ਕਮਾਉਣ ਵਾਲੇ ਬਚਨ ਨੇ, ਸਾਡੇ ਜੀਵਨ ਵਿੱਚ, ਰੋਜ਼ਮਰਾ ਦੇ ਜੀਵਨ ਵਿੱਚ ਕੰਮ ਆਉਣ ਵਾਲੇ ਬਚਨ ਨੇ, ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸਾਡੇ ਨਾਲ ਨਿਭਣ ਵਾਲੇ ਬਚਨ ਨੇ। ਮਹਾਂਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਪਰਉਪਕਾਰ ਕੀਤਾ ਕਿ ਭਾਈ ਮਨੀ ਸਿੰਘ ਸਾਹਿਬ ਵੱਲੋਂ ਲਿਖੀ ਉਹ ਸਿੱਖਾਂ ਦੀ ਭਗਤ ਮਾਲਾ, ਉਹਨੂੰ ਵਿਸਥਾਰ ਨਾਲ ਇੱਥੇ ਸੂਰਜ ਪ੍ਰਕਾਸ਼ ਵਿੱਚ ਲਿਖਿਆ, ਉਹਦਾ ਹੋਰ ਵਿਸਥਾਰ ਕਰਕੇ ਬੜੇ ਡੂੰਘਾਈ ਵਿੱਚ ਜਾ ਕੇ ਕਥਾ ਲਿਖੀ। ਤੋ ਮਹਾਂਕਵੀ ਜੀ ਕਹਿੰਦੇ ਪੈਂਦੇ ਦੇ ਜਿਹੜੇ ਹੋਰ ਪ੍ਰਸੰਗ ਨੇ ਉਹ ਮੈਂ ਅੱਗੇ ਕਵਾਂਗਾ, ਪਰ ਹੁਣ ਜਿਹੜੇ ਗੁਰਸਿੱਖਾਂ ਦੇ ਪ੍ਰਸੰਗ ਨੇ, ਜਿਹਨੂੰ ਸਿੱਖਾਂ ਦੀ ਭਗਤ ਮਾਲਾ ਕਿਹਾ ਜਾਂਦਾ, ਉਹ ਪ੍ਰਸੰਗ ਹੁਣ ਆਪ ਜੀ ਸੁਣੋ। ਜਿਉਂ ਜਿਉਂ ਮਿਲੇ ਸੁਨਿਓ ਉਪਦੇਸ਼। ਉਹ ਗੁਰਸਿੱਖ ਜਿਵੇਂ ਜਿਵੇਂ ਸਤਿਗੁਰੂ ਜੀ ਨੂੰ ਮਿਲੇ, ਜਿਵੇਂ ਜਿਵੇਂ ਸਤਿਗੁਰੂ ਜੀ ਦੇ ਕੋਲੋਂ ਤਿਨਾਂ ਨੇ ਉਪਦੇਸ਼ ਸੁਣਿਆ, ਲੇ ਗੁਰਮਤਿ ਕੋ ਕਟੇ ਕਲੇਸ਼। ਸਤਿਗੁਰੂ ਜੀ ਦੀ ਮੱਤ ਲੈ ਕੇ ਜਿਵੇਂ ਉਹਨਾਂ ਸਿੱਖਾਂ ਦੇ ਕਲੇਸ਼ ਮਿਟੇ, ਗੁਰੂ ਸਾਹਿਬ ਦਾ ਉਪਦੇਸ਼ ਸੁਣ ਕੇ ਜਿਵੇਂ ਉਹ ਕਲੇਸ਼ਾਂ ਤੋਂ ਮੁਕਤ ਹੋਏ। ਤਿਨ ਕੀ ਕਹੋ ਕਥਾ ਕੁਛ ਥੋਰੀ। ਉਹ ਹੁਣ ਥੋੜੀ ਜੀ ਕਥਾ ਸਿੱਖਾਂ ਦੇ ਪ੍ਰਸੰਗਾਂ ਦੀ, ਸਿੱਖਾਂ ਦੀ ਭਗਤ ਮਾਲਾ ਦੀ, ਉਹ ਮੈਂ ਆਪ ਜੀ ਨੂੰ ਕਹਿ ਕੇ ਸੁਣਾਉਂਦਾ। ਮਹਾਂਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ, ਸ਼ਰੋਤਾ ਸੁਨੋ ਮਹਾਰਸ ਬੋਰੀ। ਐ ਗੁਰੂ ਕੀ ਕਥਾ ਸੁਣਨ ਵਾਲੇ, ਗੁਰੂ ਕੇ ਸਰੋਤਿਓ, ਪ੍ਰੇਮ ਨਾਲ ਸੁਣਿਓ। ਇਹ ਪ੍ਰੇਮ ਸਹਿਤ ਸੁਣਦੇ ਹੋ ਤੁਸੀਂ, ਇਹ ਮਹਾਰਸ ਵਾਲੀ ਕਥਾ ਹੈ, ਇਹਦੇ ਚ ਅੰਮ੍ਰਿਤ ਰਸ ਹੈ, ਇਹਦੇ ਚ ਪ੍ਰੇਮ ਰਸ ਹੈ, ਇਹਦੇ ਚ ਭਗਤੀ ਦਾ ਰਸ ਹੈ। ਇਹ ਭਗਤੀ ਦੇ ਰਸ ਵਾਲੇ ਬਚਨ ਆਪ ਜੀ ਪ੍ਰੇਮ ਸਹਿਤ ਸੁਣੋ। ਉਹ ਪ੍ਰਸੰਗ ਆਪਾਂ ਆਉਣ ਵਾਲੇ ਸਮੇਂ ਵਿੱਚ, ਆਉਣ ਵਾਲੇ ਦਿਨਾਂ ਵਿੱਚ ਸਰਵਣ ਕਰਾਂਗੇ। ਭਾਈ ਦਰਗਾਹ ਭੰਡਾਰੀਆ ਜੀ ਵਰਗੇ ਗੁਰਸਿੱਖ ਆਏ ਗੁਰੂ ਚਰਨਾਂ 'ਚ, ਮਹਾਰਾਜ ਜੀ ਨਾਲ ਬਚਨ ਬਿਲਾਸ ਹੋ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗੁਰੂ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ।